ਸਨਮਾਨਯੋਗ ਗੁਰੂ ਪਿਆਰਿਓ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ, ਜਿਸ ਨੂੰ ਗੁਰਾਂ ਨੇ ਕਿਹਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ, ਗਿਆਨ ਰੂਪੀ ਚਾਨਣ ਔਰ ਅੰਧਕਾਰ ਅਗਿਆਨਤਾ ਦਾ ਅੰਧਕਾਰ ਮਿਟਾਉਣ ਵਾਲੀ ਨਿਰੰਕਾਰੀ ਬਾਣੀ, ਇਲਾਹੀ ਬਾਣੀ, ਜਿਸ ਦੀ ਵਿਚਾਰ ਦੇ ਨਾਲ ਅਸੀਂ ਨਿਰੰਤਰ ਲਗਾਤਾਰ ਜੁੜੇ ਹੋਏ ਹਾਂ। ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਰਚਨਾ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਦੀ ਇਹ ਜੋ ਰਚਨਾ ਹੈ, ਸ਼ਾਹਕਾਰ ਰਚਨਾ ਹੈ, ਜਪਜੀ ਸਾਹਿਬ, ਜਪ ਜੀ ਸਾਹਿਬ, ਜਿਸ ਦੀ ਵਿਚਾਰ ਅਸੀਂ ਕਰ ਰਹੇ ਹਾਂ। ਪਹਿਲਾਂ 19 ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਇਹ ਜਪਜੀ ਸਾਹਿਬ 38 ਪੌੜੀਆਂ ਔਰ 2 ਸ਼ਲੋਕਾਂ ਦੇ ਨਾਲ ਸਤਿਗੁਰੂ ਜੀ ਨੇ ਇਸ ਨੂੰ ਉਚਾਰਨ ਕੀਤਾ ਹੈ। 2 ਸ਼ਲੋਕ ਨੇ ਇਸ ਜਪਜੀ ਸਾਹਿਬ ਜੀ ਦੇ ਵਿੱਚ। ਇੱਕ ਸ਼ਲੋਕ ਹੈ ਆਦਿ ਸੱਚ ਜੁਗਾਦ ਸੱਚ। ਇਹ ਸ਼ਲੋਕ ਕਿਵੇਂ ਹੈ? ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਇਸ ਨੂੰ ਸ਼ਲੋਕ ਵਜੋਂ ਲੈਂਦੇ ਨੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੇ ਸੱਚ, ਇਹ ਸ਼ਲੋਕ ਹੈ। ਔਰ ਦੂਸਰਾ ਸ਼ਲੋਕ ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਾਤਾ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਸ਼ਲੋਕ ਹੈ। 38 ਪੌੜੀਆਂ ਤੋਂ ਬਾਅਦ ਇਹ ਸ਼ਲੋਕ ਆ ਕੇ ਇਸ ਦੀ ਸਮਾਪਤੀ ਹੁੰਦੀ ਹੈ। ਅਸੀਂ ਵਿਚਾਰ ਕਰ ਚੁੱਕੇ ਹਾਂ 19 ਪੌੜੀਆਂ ਦੀ 3 ਭਾਗਾਂ ਦੇ ਵਿੱਚ, ਜੋ ਆਪ ਸੰਗਤਾਂ ਦੇ ਸਨਮੁਖ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਾਹਕਾਰ ਰਚਨਾ, ਜਿਸ ਦੀ ਆਪਣੀ ਤੁੱਛ ਬੁੱਧੀ ਅਨੁਸਾਰ ਵਿਚਾਰ ਕੀਤੀ ਹੈ, ਭਾਵੇਂ ਕਿ ਇਹ ਨਿਰੰਕਾਰੀ ਸ਼ਾਹਕਾਰ ਰਚਨਾ, ਜਿਸ ਨੂੰ ਸਤਿਗੁਰੂ ਜੀ ਨੇ ਬੜੇ ਹੀ ਲਾਤੀਫ ਬਾਰੀਕ ਬੁੱਧੀ ਤੋਂ ਉਚਾਰਨ ਕੀਤਾ ਹੈ, ਭਾਵ ਉਸ ਨਿਰੰਕਾਰ ਦੇ ਨਾਲ ਜੁੜ ਕੇ ਸਤਿਗੁਰੂ ਜੀ ਨੇ ਇਕਮਿਕ ਹੋ ਕੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਲੀਨ ਹੋ ਕੇ ਅਜਿਹੀ ਅਵਸਥਾ ਦੇ ਵਿੱਚ ਕਿ ਜਿਵੇਂ ਪਾਣੀ ਦੇ ਵਿੱਚ ਮਿਲ ਕੇ ਪਾਣੀ ਹੋ ਜਾਂਦਾ ਹੈ ਤੇ ਭੇਦ ਨਹੀਂ ਰਹਿੰਦਾ ਦੂਸਰੇ ਪਾਣੀ ਦਾ, ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਨਿਰੰਕਾਰ ਦੇ ਨਾਲ ਅਭੇਦ ਹੋ ਕੇ ਉਹ ਜਿਹੜੀ ਬਾਣੀ ਸਤਿਗੁਰੂ ਜੀ ਨੇ ਰਚੀ ਹੈ ਜਪਜੀ ਸਾਹਿਬ, ਜਿਸ ਦੀ ਅਸੀਂ ਵਿਚਾਰ ਕਰ ਰਹੇ ਹਾਂ। ਸਾਰੀ ਬਾਣੀ ਹੀ ਸਤਿਗੁਰਾਂ ਜੀ ਨੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਇਕਮਿਕ ਹੋ ਕੇ ਰਚੀ ਹੈ। ਪਰ ਸਿਰਮੌਰ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਨੂੰ ਸਿਰਮੌਰ ਬਾਣੀ ਵਜੋਂ ਰਚਿਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਹੈ, ਜਿਸ ਦੀ ਅਸੀਂ ਵਿਚਾਰ ਕਰ ਚੁੱਕੇ ਹਾਂ। ਪਿੱਛੇ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਐ ਪ੍ਰਭੂ ਤੇਰੀ ਵਡਿਆਈ ਵੀ ਅੱਖਰਾਂ ਦੇ ਨਾਲ ਹੁੰਦੀ ਹੈ। ਸੰਜੋਗ ਤੇ ਵਿਜੋਗ ਜੇ ਅਸੀਂ ਕਹੀਏ ਕਿ ਉਹ ਲੇਖੇ ਲਿਖੇ ਜਾਣ, ਤੇ ਉਹ ਵੀ ਅੱਖਰਾਂ ਦੇ ਹੈ। ਤੇਰੀ ਸਿਫਤ ਤੇਰੀ ਵਡਿਆਈ ਜੇ ਅਸੀਂ ਕਰੀਏ ਤੇ ਅੱਖਰਾਂ ਦੇ ਨਾਲ ਕਰਾਂਗੇ, ਪਰ ਐ ਪ੍ਰਮਾਤਮਾ ਤੂੰ ਅੱਖਰਾਂ ਤੋਂ ਵੀ ਬਾਹਰ ਹੈ। ਜਿਹੜੇ ਅੱਖਰ ਅਸੀਂ ਬੋਲ ਰਹੇ ਹਾਂ ਨਾ, ਇਹ ਅੱਖਰ ਵੀ ਸਾਡੇ ਤੇ ਭਾਰ ਨੇ, ਕਿਉਂਕਿ ਅੱਖਰ ਵੀ ਛੋਟੇ ਰਹਿ ਜਾਂਦੇ, ਤੂੰ ਅੱਖਰਾਂ ਤੋਂ ਬਾਹਰ ਹੈ।
ਤੂੰ ਅੱਖਰਾਂ ਤੋਂ ਬਾਹਰ ਹੈ, ਇਸ ਲਈ ਅੱਖਰਾਂ ਤੋਂ ਬਾਹਰ ਹੋ ਕੇ ਤੇਰੀ ਵਡਿਆਈ ਭਾਵੇਂ ਨਹੀਂ ਹੋ ਸਕਦੀ, ਪਰ ਅਸੀਂ ਕਰ ਰਹੇ ਹਾਂ ਤੇ ਅੱਖਰਾਂ ਦੇ ਰਾਹੀਂ ਕਰ ਸਕਦੇ ਹਾਂ ਜਿਤਨੀ ਕੋ ਵਡਿਆਈ ਹੋਈ ਹੈ। ਇਸ ਲਈ ਅੱਖਰ ਸਿਰਮੌਰ ਨੇ। ਅਗਲੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ। ਪਿਛਲੀ ਵਿਚਾਰ ਆਪ ਜੀ ਨਿਰੰਤਰ ਸਰਵਣ ਕਰ ਰਹੇ ਹੋ। 20ਵੀਂ ਪੌੜੀ ਸ਼ੁਰੂ ਹੋ ਰਹੀ ਹੈ। 19 ਪੌੜੀਆਂ ਦੀ ਵਿਚਾਰ ਅਸੀਂ ਕੀਤੀ ਹੈ ਤੇ ਸਤਿਗੁਰੂ ਜੀ ਇਸ ਵਿਚਾਰ ਵਿੱਚ ਕਹਿ ਰਹੇ ਨੇ, ਭਰੀਆ ਹੱਥ ਪੈਰ ਤਨ ਦੇਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਜੇ ਹੱਥ ਤੇ ਪੈਰ, ਇਹ ਸਰੀਰ, ਇਹ ਦੇਹ, ਇਸ ਦੇ ਉੱਤੇ ਮੈਲ ਆ ਜਾਵੇ, ਇਹ ਮਿੱਟੀ ਦੇ ਨਾਲ ਮਲੀਨ ਹੋ ਜਾਵੇ, ਇਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੈਲ ਸਰੀਰ ਦੇ ਉੱਤੇ ਲੱਗ ਜਾਵੇ, ਬਾਜ਼ਾਰ ਵਿੱਚ ਜਾਂਦੇ ਹੋਇਆ ਮਿੱਟੀ ਪੈ ਜਾਵੇ, ਸਰੀਰ ਦੇ ਉੱਤੇ ਮੈਲ ਲੱਗ ਜਾਵੇ, ਕੱਪੜਾ ਕਿਸੇ ਚੀਜ਼ ਦੇ ਨਾਲ ਮੈਲਾ ਹੋ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਹੱਥਾਂ ਤੇ ਪੈਰਾਂ ਦੀ, ਸਰੀਰ ਦੀ ਮੈਲ ਜਿਹੜੀ ਹੈ ਨਾ, ਇਹ ਕਿਵੇਂ ਉਤਰਦੀ ਹੈ? ਕਹਿੰਦੇ ਪਾਣੀ ਧੋਤਾ ਉਤਰ ਸਦੇ, ਭਰੀਆ ਹੱਥ ਪੈਰ ਤਨ ਦੇਹ। ਜੇ ਹੱਥ ਤੇ ਪੈਰ, ਇਹ ਤਨ ਮਲੀਨ ਹੋ ਜਾਵੇ, ਲਿਬੜ ਜਾਵੇ ਮਿੱਟੀ ਦੇ ਨਾਲ, ਪਲੀਤ ਹੋ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਪਾਣੀ ਧੋਤਾ ਉਤਰ ਸੁਖੇ, ਤੇ ਪਾਣੀ ਨਾਲ ਧੋਤਿਆਂ ਨਾ ਉਹ ਮੈਲ ਉਤਰ ਜਾਂਦੀ ਹੈ। ਪਾਣੀ ਦੇ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ, ਕਿਉਂਕਿ ਅਸੀਂ ਬਾਹਰੀ ਤੌਰ ਤੇ ਜੁੜੇ ਹੋਏ ਹਾਂ। ਔਰ ਅਧਿਆਤਮਕਤਾ ਦੀ ਗੱਲ ਕਰਦੇ ਨੇ ਸਤਿਗੁਰੂ ਜੀ, ਜਦੋਂ ਵੀ ਗੱਲ ਕਰਦੇ ਨਾ ਅੰਦਰ ਦੀ ਗੱਲ ਕਰਦੇ ਨੇ, ਬਾਹਰ ਦੀ ਗੱਲ ਘੱਟ ਕਰਦੇ ਨੇ, ਬਾਹਰ ਦੀ ਗੱਲ ਨਹੀਂ ਅੰਦਰ ਦੀ ਗੱਲ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜੇ ਮੈਲ ਲਾਹਣੀ ਹੈ ਤੇ ਜਿਹੜੀ ਮਨ ਦੇ ਉੱਤੇ ਮੈਲ ਹੈ ਨਾ, ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਪਾਪਾਂ ਦੀ ਮੈਲ ਲੱਗੀ ਹੋਈ ਹੈ, ਸੋਚ ਤੇ ਵਿਚਾਰਾਂ ਦੀ ਮੈਲ ਲੱਗੀ ਹੋਈ ਹੈ, ਗੰਦੇ ਭੈੜੇ ਖਿਆਲਾਂ ਦੀ ਮੈਲ ਜਿਹੜੀ ਮਨ ਤੇ ਚੜੀ ਹੋਈ ਹੈ ਨਾ, ਸਤਿਗੁਰੂ ਜੀ ਕਹਿੰਦੇ ਨੇ ਉਸ ਨੂੰ ਲਾਉਣ ਦਾ ਯਤਨ ਕਰ। ਸਰੀਰ ਦੇ ਉੱਤੇ ਮੈਲ ਤਾਂ ਜਿਹੜੀ ਹੈ, ਇਸ ਨਾਲ ਤਾਂ ਚੰਗੇ ਸਾਬਣ ਦੇ ਨਾਲ, ਪਾਣੀ ਦੇ ਨਾਲ ਇਹ ਮੈਲ ਤਾਂ ਉਤਰ ਜਾਂਦੀ ਹੈ। ਕੱਪੜੇ ਦੇ ਉੱਤੋਂ ਵੀ ਮੈਲ ਉਤਰ ਜਾਂਦੀ ਹੈ। ਪਾਣੀ ਧੋਤਾ ਉਤਰ ਸੁਖੇ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ। ਸਤਿਗੁਰੂ ਜੀ ਕਹਿੰਦੇ ਜੇ ਕੋਈ ਕੱਪੜਾ ਪਲੀਤ ਹੋ ਜਾਵੇ, ਕਿਸੇ ਮੂਤਰ ਦੇ ਨਾਲ ਗੰਦਾ ਹੋ ਜਾਵੇ, ਪਲੀਤ ਹੋ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਦੇ ਸਾਬੂਨ ਲਈਆ ਉਹ ਧੋਏ, ਤਾਂ ਸਾਬੁਨ ਲਾ ਕੇ ਉਸ ਨੂੰ ਧੋ ਲਈਦਾ। ਕੱਪੜਾ ਗੰਦਾ ਹੋ ਜਾਵੇ, ਕੋਈ ਮੈਲ ਲੱਗ ਜਾਵੇ, ਕੋਈ ਬੱਚਾ ਪਿਸ਼ਾਬ ਕਰ ਦੇਵੇ, ਪਿਸ਼ਾਬ ਦੇ ਨਾਲ ਗੰਦਾ ਹੋ ਜਾਵੇ, ਦੇ ਸਾਬੂਨ ਲਈਆ ਉਹ ਧੋਏ, ਤੇ ਸਾਬਣ ਲਾ ਕੇ ਉਸ ਨੂੰ ਧੋ ਲਈਦਾ, ਉਹ ਸਾਫ਼ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਹੱਥ ਵੀ ਸਾਫ਼ ਹੋ ਸਕਦੇ ਨੇ, ਪਿੰਡਾ ਦੇ ਤਨ, ਇਹ ਕੱਪੜਾ ਸਾਰਾ ਕੁਝ ਸਾਫ਼ ਹੋ ਸਕਦਾ ਹੈ। ਮਿੱਟੀ ਲੱਗ ਜਾਵੇ, ਮੈਲ ਲੱਗ ਜਾਵੇ, ਕੋਈ ਦਾਗ ਲੱਗ ਜਾਵੇ, ਸਾਫ਼ ਹੋ ਸਕਦਾ ਹੈ। ਪਰ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਭਰੀਐ ਮਤ ਪਾਪਾਂ ਕੈ ਸੰਗ। ਪਰ ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਵੇ, ਬੁੱਧੀ ਵਿਕਾਰਾਂ ਦੇ ਨਾਲ ਮਲੀਨ ਹੋ ਜਾਵੇ, ਗੰਦੇ ਵਿਚਾਰਾਂ ਤੇ ਭੈੜੇ ਖਿਆਲਾਂ ਦੇ ਨਾਲ ਮੈਲੀ ਹੋ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਸ ਨੂੰ ਕਿਸ ਸਾਬਣ ਦੇ ਨਾਲ ਧੋਵੇਂਗਾ, ਉਸ ਨੂੰ ਕਿਸ ਪਾਣੀ ਦੇ ਨਾਲ ਧੋਵੇਂਗਾ। ਫਿਰ ਸਤਿਗੁਰੂ ਜੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕਰ। ਫਿਰ ਇੱਥੇ ਪਾਣੀ ਦੀ ਲੋੜ ਨਹੀਂ ਹੈ। ਫਿਰ ਇੱਥੇ ਕਿਸ ਚੀਜ਼ ਦੀ ਲੋੜ ਹੈ? ਇੱਥੇ ਬਾਣੀ ਦੀ ਲੋੜ ਹੈ। ਪਾਣੀ ਦੀ ਨਹੀਂ, ਬਾਣੀ ਦੀ ਲੋੜ ਹੈ। ਪਾਣੀ ਦੀ ਲੋੜ ਸੀ, ਹੱਥ ਤੇ ਮੈਲ ਲੱਗੀ ਹੈ। ਪਾਣੀ ਦੀ ਲੋੜ ਸੀ, ਕੱਪੜੇ ਤੇ ਮੈਲ ਲੱਗੀ ਹੈ। ਪਾਣੀ ਦੀ ਲੋੜ ਸੀ, ਸਰੀਰ ਤੇ ਮੈਲ ਲੱਗੀ ਹੈ। ਪਾਣੀ ਦੀ ਲੋੜ ਸੀ, ਮਿੱਟੀ ਲੱਗ ਗਈ ਹੈ, ਲਾ ਦਿੱਤੀ ਹੈ। ਪਰ ਜਦੋਂ ਮਨ ਤੇ ਮੈਲ ਲੱਗੀ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣ ਸਾਬਣ ਤੇ ਪਾਣੀ ਦੀ ਲੋੜ ਨਹੀਂ ਹੈ। ਹੁਣ ਲੋੜ ਕੀ ਹੈ? ਪਾਣੀ ਦੀ ਲੋੜ ਹੈ। ਸਰੀਰ ਤੇ ਮੈਲ ਲੱਗੀ ਹੈ, ਪਾਣੀ ਦੀ ਲੋੜ ਹੈ। ਮਨ ਤੇ ਮੈਲ ਲੱਗੀ ਹੈ ਤੇ ਸਤਿਗੁਰੂ ਜੀ ਕਹਿੰਦੇ ਪਾਣੀ ਦੀ ਲੋੜ ਹੈ।
ਤੇ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ। ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰੇ, ਉਸ ਦੀ ਵਡਿਆਈ ਕਰੇ, ਉਸ ਨੂੰ ਸਿਮਰੇ, ਚੇਤਾ ਕਰੇ, ਉਸ ਦੇ ਨਾਲ ਪਿਆਰ ਵਾਲੀ ਸਾਂਝ ਪਾਵੇਂ। ਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਹੈ, ਇਹ ਮੈਲ ਤਾਂ ਇਸ ਤਰ੍ਹਾਂ ਉਤਰਦੀ ਹੈ। ਕਰ ਕਰ ਕਰਨਾ ਲਿਖ ਲੈ ਜਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਦੁਆਰਾ, ਹੇ ਨਾਨਕ ਵਾਹਿਗੁਰੂ ਦੇ ਦੁਆਰਾ ਫੁਰਮਾਨ ਦੁਆਰਾ ਇਸ਼ਨਾਨ ਤੇ ਜਾਂਦਾ ਹੈ। ਕਰ ਕਰ ਕਰਨਾ ਲਿਖ ਲੈ ਜਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਜਿਹੋ ਜਿਹੇ ਕਰਮ ਕਰੇਂਗਾ, ਜਿਹੋ ਜਿਹੇ ਕੰਮ ਕਰੇਂਗਾ, ਉਸ ਦੇ ਸੰਸਕਾਰ ਜਿਹੜੇ ਨੇ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮਨ ਤੇ ਉਕਰ ਜਾਂਦੇ, ਛਾਪ ਛੱਡ ਜਾਂਦੇ। ਜਿਹੋ ਜਿਹਾ ਮਨੁੱਖ ਕੰਮ ਕਰਦਾ ਉਸ ਦਾ ਹੌਲੀ ਹੌਲੀ ਆਦੀ ਹੋ ਜਾਂਦਾ, ਆਦਤ ਬਣ ਜਾਂਦੀ ਹੈ। ਆਦਤ ਤੋਂ ਬਾਅਦ ਹੌਲੀ ਹੌਲੀ ਸੁਭਾਅ ਬਣ ਜਾਂਦਾ। ਔਰ ਆਦਤ ਤਾਂ ਬਦਲੀ ਜਾ ਸਕਦੀ ਹੈ, ਪਰ ਜਦੋਂ ਆਦਤ ਸੁਭਾਅ ਦੇ ਵਿੱਚ ਤਬਦੀਲ ਹੋ ਜਾਵੇ ਤੇ ਉਹ ਬਦਲੀ ਨਹੀਂ ਜਾ ਸਕਦੀ। ਤੂੰ ਜਿਹੋ ਜਿਹੇ ਕਰਮ ਕਰੇਂਗਾ, ਤੇਹੋ ਜਿਹੇ ਸੰਸਕਾਰ ਆਪਣੇ ਅੰਦਰ ਉਕਾਰ ਲਵੇਂਗਾ। ਅੰਦਰ ਸੰਸਕਾਰ ਤੇਰੀ ਉਹੋ ਜਿਹੇ ਬਣ ਜਾਣਗੇ, ਉਹੋ ਜਿਹੇ। ਆਪੇ ਬੀਜ ਆਪੇ ਹੀ ਖਾਹੇ, ਜੋ ਕੁਝ ਤੂੰ ਬੀਜੇਗਾ ਉਸ ਦਾ ਫਲ ਹੀ ਆਪ ਖਾਵੇਂਗਾ। ਭਾਵ ਜੋਹੇ ਜੋ ਕਰਮ ਸੰਸਾਰ ਦੇ ਵਿੱਚ ਜਿਹੋ ਜਿਹਾ ਤੂੰ ਵਿਚਰਦਾ, ਸੰਸਾਰ ਦੇ ਵਿੱਚ ਜਿਹੋ ਜਿਹੀ ਤੂੰ ਕਾਰ ਕਰਦਾ, ਉਹੋ ਜਿਹਾ ਹੀ ਤੈਨੂੰ ਅੱਗੇ ਸਾਰਾ ਕੁਝ ਮਿਲਦਾ। ਭਾਵ ਉਹੋ ਜਿਹੇ ਸੰਸਕਾਰ ਬਣ ਕੇ ਤੇਰੇ ਅੱਗੇ ਹੁੰਦੇ ਨੇ। ਜਿਹੋ ਜਿਹੇ ਕਰਮ ਕਰਦਾ ਸੰਸਕਾਰ ਬਣ ਜਾਂਦੇ ਨੇ, ਕਰਮ ਸੰਸਕਾਰ ਬਣ ਜਾਂਦੇ ਨੇ। ਚੰਗੇ ਕੰਮ, ਚੰਗੇ ਕਰਮ, ਚੰਗੇ ਸੰਸਕਾਰ ਬਣਦੇ ਨੇ। ਔਰ ਭੈੜੇ ਖਿਆਲ, ਭੈੜੇ ਕੰਮ, ਭੈੜੇ ਸੰਸਕਾਰ ਬਣਦੇ ਨੇ। ਚੰਗੇ ਵਿਚਾਰ ਤੇ ਚੰਗੀ ਬੁੱਧੀ, ਚੰਗੇ ਵਿਚਾਰਾਂ ਦੇ ਨਾਲ ਮਨੁੱਖ ਉੱਤਮ ਗਿਣਿਆ ਜਾਂਦਾ ਹੈ। ਸਾਰਾ ਸੰਸਾਰ ਉਸ ਨੂੰ ਯਾਦ ਕਰਦਾ, ਸਾਰਾ ਸੰਸਾਰ ਉਸ ਦੀ ਸਿਫਤ ਕਰਦਾ, ਉਸ ਦੀ ਵਡਿਆਈ ਕਰਦਾ, ਉਸ ਨੂੰ ਯਾਦ ਕਰਦਾ, ਚੇਤੇ ਕਰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਜੇ ਗੰਦੇ ਭੈੜੇ ਖਿਆਲਾਂ, ਵਿਕਾਰਾਂ ਤੇ ਵਿਚਾਰਾਂ ਦੇ ਨਾਲ, ਗੰਦੇ ਸੰਸਕਾਰਾਂ ਦੇ ਨਾਲ ਇਸ ਮਨ ਨੂੰ ਪਲੀਤ ਕਰ ਲੇਗਾ ਤੇ ਸੰਸਕਾਰ ਵੀ ਪਲੀਤ, ਗੰਦੇ, ਭੈੜੇ ਬਣਨਗੇ ਤੇ ਉਸ ਦੇ ਨਾਲ ਤੇਰੀ ਬਿਰਤੀ ਵੀ ਗੰਦੀ ਹੋ ਜਾਵੇਗੀ ਤੇ ਸੰਸਾਰ ਦੇ ਵਿੱਚ ਤੇਰੇ ਉੱਤੇ, ਤੇਰੇ ਕਿਰਦਾਰ ਦੇ ਉੱਤੇ ਥੂ ਥੂ ਹੋਣੀ ਹੈ। ਥੂ ਥੂ ਸਾਰਿਆਂ ਨੇ ਤੈਨੂੰ ਫਟਕਾਰਾਂ ਦੇਣੀਆਂ, ਫਟਕਾਰ। ਇਸ ਲਈ ਸਤਿਗੁਰੂ ਜੀ ਕਹਿੰਦੇ ਆਪੇ ਬੀਜ ਆਪੇ ਹੀ ਖਾਓ। ਜਿਹੋ ਜਿਹਾ ਤੂੰ ਬੀਜਦਾ ਪਿਆ ਨਾ, ਉਹੋ ਜਿਹਾ ਖਾਣਾ ਪੈਣਾ। ਆਪੇ ਬੀਜ, ਤੂੰ ਆਪਣਾ ਬੀਜ ਭਾਵ ਆਪਣੇ ਸੰਸਕਾਰ ਆਪ ਬਣਾਉਣਾ ਪਿਆ। ਇਹ ਜਿਹੜੇ ਸੰਸਕਾਰ ਨੇ ਨਾ ਤੇਰੇ ਅੰਦਰ, ਗੁਣ ਨੇ ਨਾ ਜਿਹੜੇ, ਇਹ ਗੁਣ ਤੂੰ ਆਪ ਬਣਾਉਣਾ ਪਿਆ। ਚੰਗੇ ਕੰਮਾਂ ਦੇ ਨਾਲ ਚੰਗੇ ਗੁਣ ਪੈਦਾ ਹੁੰਦੇ ਨੇ, ਭੈੜੇ ਕੰਮਾਂ ਦੇ ਨਾਲ ਅੰਦਰ ਭੈੜੇ ਗੁਣ ਪੈਦਾ ਹੁੰਦੇ ਨੇ। ਚੰਗੇ ਗੁਣ ਤੁਹਾਡੀ ਸੰਸਾਰ ਦੇ ਵਿੱਚ ਵਡਿਆਈ ਕਰਵਾਉਂਦੇ ਨੇ, ਸਿਫਤ ਕਰਵਾਉਂਦੇ ਨੇ। ਭੈੜੇ ਕਰਮ ਭਾਵ ਭੈੜਾ ਜਿਹੜਾ ਕੰਮ ਕੀਤਾ ਹੋਇਆ, ਬੀਜਿਆ ਹੋਇਆ, ਉਹ ਤੁਹਾਡੇ ਅੱਗੇ ਭੈੜਾ ਜਿਹੜਾ ਉੱਗੇਗਾ, ਉਂਕਰੇਗਾ। ਔਰ ਜਿਹੜਾ ਉਂਕਰੇਗਾ ਉਹ ਤੁਹਾਡਾ ਸੰਸਕਾਰ ਬਣੇਗਾ, ਤੁਹਾਡੀ ਆਦਤ ਬਣੇਗੀ ਔਰ ਤੁਹਾਡਾ ਸੁਭਾਅ ਬਣੇਗਾ। ਤੁਹਾਡਾ ਸੁਭਾਅ ਚੰਗਾ ਹੈ ਤੇ ਸੰਸਾਰ ਤੁਹਾਡੀ ਇੱਜ਼ਤ ਕਰੇਗਾ, ਤੁਹਾਨੂੰ ਮਾਣ ਦੇਵੇਗਾ, ਤੁਹਾਨੂੰ ਪ੍ਰੇਮ ਤੇ ਸਤਿਕਾਰ ਦੇ ਨਾਲ ਬੁਲਾਵੇਗਾ। ਜੇ ਤੁਹਾਡੇ ਭੈੜੇ ਸੰਸਕਾਰ ਨੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੁਹਾਨੂੰ ਫਟਕਾਰਾਂ ਹੀ ਮਿਲਣੀਆਂ ਨੇ। ਫਿਰ ਤੁਹਾਡੇ ਸੰਸਕਾਰਾਂ ਦੇ ਬਦਲੇ ਤੁਹਾਨੂੰ ਤੁਹਾਡੇ ਥੂ ਥੂ ਹੀ ਹੋਣੀ ਹੈ, ਕਿਰਦਾਰ ਤੇ ਥੂ ਥੂ ਹੀ ਹੋਣੀ। ਅਸੀਂ ਵੇਖਦੇ ਹਾਂ ਕਿਸੇ ਮਨੁੱਖਾਂ ਨੂੰ, ਉਹਨਾਂ ਦੇ ਕਿਰਦਾਰਾਂ ਨੂੰ, ਉਹਨਾਂ ਤੇ ਸਾਰਾ ਸਮਾਜ ਥੂ ਥੂ ਕਰਦਾ ਹੈ। ਚੰਗੇ ਲੋਕਾਂ ਦੀ ਸਿਫਤ ਹੁੰਦੀ ਹੈ, ਚੰਗੇ ਵਿਚਾਰਾਂ ਦੀ ਸਿਫਤ ਹੁੰਦੀ ਹੈ, ਉਸ ਦੀ ਵਡਿਆਈ ਹੁੰਦੀ ਹੈ। ਚੰਗੇ ਗੁਣਾਂ ਦੀ ਕਦਰ ਹੁੰਦੀ ਹੈ, ਅਵਗੁਣਾਂ ਦੀ ਕਦਰ ਨਹੀਂ ਹੁੰਦੀ।
ਔਗੁਣਾਂ ਨੂੰ ਤਾਂ ਲੋਕ ਚਸਕੇ ਲੈ ਲੈ ਕੇ ਉਸ ਦੀਆਂ ਗੱਲਾਂ ਸੁਣਦੇ ਆ, ਗੁਣਾਂ ਦੀ ਵਿਚਾਰ ਵੀ ਲੋਕ ਘੱਟ ਹੀ ਕਰਦੇ ਆ। ਗੁਣਾਂ ਦੇ ਗਾਹਕ ਬਹੁਤ ਘੱਟ ਨੇ, ਇਸ ਲਈ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਤੁਰ ਫਿਰ ਕੇ ਗਹਿਣੇ ਨਹੀਂ ਵਿਕਦੇ। ਸੋਨਾ ਬਾਜ਼ਾਰਾਂ ਦੇ ਵਿੱਚ ਜਾ ਕੇ ਕਿਸੇ ਖਾਸ ਥਾਂ ਤੋਂ ਸਾਨੂੰ ਖਰੀਦ ਕਰਨੀ ਪੈਂਦੀ ਹੈ। ਉਸਦੀ ਨਿੱਕੀਆਂ ਮੋਟੀਆਂ ਵਸਤਾਂ ਜਿਨ੍ਹਾਂ ਦੀ ਕੀਮਤ ਕੋਈ ਨਹੀਂ, ਉਹ ਗਲੀਆਂ ਤੇ ਵਿਕਦੀਆਂ ਪਈਆਂ ਨੇ ਤੇ ਖਰੀਦਦਾ ਕੋਈ ਨਹੀਂ। ਮਿੰਨਤਾਂ ਕਰਦੇ ਪਏ ਨੇ ਅਗਲੇ ਵੀ ਸਾਡੇ ਤੋਂ ਲੈ ਲਓ, ਪਰ ਕਦੇ ਸੋਨਾ, ਹੀਰੇ, ਰਤਨ, ਜਵੇਹਰ ਉਸ ਦਾ ਗਾਹਕ ਗਲੀਆਂ ਦੇ ਵਿੱਚ ਨਹੀਂ ਆਵੇਗਾ। ਉਸ ਦਾ ਗਾਹਕ ਗਲੀਆਂ ਦੇ ਵਿੱਚ ਨਹੀਂ ਆਉਂਦਾ, ਉਹ ਗਾਹਕ ਨੂੰ ਆਪ ਜਾਣਾ ਪੈਂਦਾ ਹੈ, ਕਿਉਂਕਿ ਰਤਨ ਬੜਾ ਕੀਮਤੀ ਹੈ, ਜਵਾਹਰ ਬੜਾ ਕੀਮਤੀ ਹੈ, ਗਹਿਣੇ ਬੜੇ ਕੀਮਤੀ ਨੇ। ਇਸ ਲਈ ਉਸ ਦਾ ਗਾਹਕ ਆਪ ਉਸ ਕੋਲ ਚੱਲ ਕੇ ਜਾਂਦਾ ਹੈ। ਇਹ ਗੁਣ ਵੀ ਇਸੇ ਤਰ੍ਹਾਂ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸਲੀ। ਗੁਣਾਂ ਦੀ ਕੀਮਤ, ਗੁਣਾਂ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਮਨੁੱਖ ਨੂੰ ਸਨਮਾਨ ਮਿਲਦਾ, ਸਤਿਕਾਰ ਮਿਲਦਾ, ਤੇ ਅਵਗੁਣਾਂ ਦੇ ਨਾਲ ਕੀ ਮਿਲਦਾ? ਫਿਟਕਾਰਾਂ, ਥੂ ਥੂ, ਕਿਰਦਾਰਾਂ, ਗਾਲਾਂ, ਹੋਰ ਕੁਝ ਵੀ ਨਹੀਂ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ, ਜਿਹੋ ਜਿਹਾ ਬੀਜੇਗਾ ਇਹੋ ਜਿਹਾ ਵੱਢੇਗਾ। ਆਪੇ ਬੀਜ ਆਪੇ ਹੀ ਖਾਓ। ਆਪਣੇ ਸੰਸਕਾਰ, ਆਪਣੇ ਕਰਮ, ਜਿਸ ਨੂੰ ਕਹਿ ਲਈਏ ਅਸੀਂ ਕਿ ਤੂੰ ਆਪ ਹੀ ਬਣਾ ਲੈ। ਨਾਨਕ ਹੁਕਮੀ ਆਵੋ ਜਾਹੋ, ਆਪਣੀ ਬੀਜੇ ਅਨੁਸਾਰ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਮਨੁੱਖ। ਭਾਵ ਮਨੁੱਖ ਜਿਹੋ ਜੀ ਕਰਨੀ ਹੈ ਨਾ ਮਨੁੱਖ ਦੀ, ਉਹੋ ਜਿਹੇ ਸੰਸਕਾਰ ਤੇ ਉਹੋ ਜੀ ਬਿਰਤੀ ਤੇ ਮਨੁੱਖ ਪਲ ਪਲ ਮਰਦਾ ਰਹਿੰਦਾ। ਦੁੱਖ ਹੈ, ਮਰਿਆ ਵਰਗਾ ਹੀ ਹੈ। ਸੁੱਖ ਹੈ ਤੇ ਦੁਬਾਰਾ ਫਿਰ ਖੜਾ ਹੁੰਦਾ। ਖੁਸ਼ੀ ਖੇੜਾ ਹੈ, ਦੁਬਾਰਾ ਖੜਾ ਹੋ ਜਾਂਦਾ। ਦੁੱਖ ਆਇਆ ਫਿਰ ਡਿੱਗ ਪਿਆ, ਮਰ ਗਿਆ ਝੋਰਿਆਂ ਦੇ ਨਾਲ। ਮੈਂ ਮਰ ਗਿਆ, ਹੁਣ ਨਹੀਂ ਬਚਦਾ। ਬਸ ਦੁੱਖ ਕੀ ਹੈ? ਦੁੱਖ ਮੌਤ। ਦੁੱਖ ਕੀ ਹੈ? ਜਨਮ। ਦੁੱਖ ਕੀ ਹੈ? ਮੌਤ। ਸੁੱਖ ਜਨਮ। ਜਨਮ ਮਰਨ ਕੀ ਹੈ? ਮਨੁੱਖ ਬੜਾ ਦੁਖੀ ਹੈ। ਬੜਾ ਧਨ ਤੇ ਦੌਲਤ ਬੰਦੇ ਨੇ ਸਮਾਜ ਦੇ ਵਿੱਚ ਦੇਣਾ ਹੈ, ਉਸ ਦੀ ਵਿਆਜ ਬੜੀ ਪੈ ਰਹੀ ਹੈ, ਕਰਜ਼ ਬੜਾ ਦੇਣਾ, ਬਹੁਤ ਕਰਜ਼ ਦੇਣਾ, ਤੇ ਇਤਨਾ ਦੁਖੀ ਹੋ ਗਿਆ। ਤੇ ਕੀ ਮਿਲਿਆ ਉਸ ਨੂੰ? ਬੰਦਾ ਕਈ ਵਾਰ ਅੱਕ ਕੇ ਮੌਤ ਨੂੰ ਗਲੇ ਲਾ ਲੈਂਦਾ। ਗਲੇ ਲਾ ਲਿਆ ਮੌਤ ਨੂੰ, ਕੀ ਮਿਲਿਆ? ਮੌਤ। ਆਪਣੀ ਬੀਜੇ ਅਨੁਸਾਰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਦੁੱਖ ਤੇ ਸੁੱਖ ਮਿਲਣੇ। ਤੇਰਾ ਜਨਮ ਤੇ ਮਰਨ, ਭਾਵ ਤੇਰੀ ਬਿਰਤੀ ਬਦਲੀ ਤੇ ਜਨਮ ਹੋਇਆ, ਤੇਰੀ ਬਿਰਤੀ ਬਦਲੀ ਤੇ ਤੇਰੀ ਮੌਤ ਹੋਈ। ਜਨਮ ਪਲ ਪਲ ਮਰਦਾ ਪਿਆ, ਪਲ ਪਲ ਜਿਉਂਦਾ ਪਿਆ। ਕਈ ਵਾਰ ਬਿਰਤੀ ਬਦਲਦੀ ਹੈ, ਸੁਭਾਅ ਬਦਲਦਾ ਤੇ ਦੂਰਨੀ ਵੀ ਬਦਲ ਗਈ। ਕਈ ਵਾਰ ਕੁੱਤੇ ਦਾ ਸੁਭਾਅ ਚੱਕੀ ਫਿਰਦਾ, ਸੂਰ ਦਾ ਸੁਭਾਅ ਚੱਕੀ ਫਿਰਦਾ ਮਨੁੱਖ, ਗਧੇ ਦਾ ਸੁਭਾਅ ਚੱਕੀ ਫਿਰਦਾ, ਕਾਂ ਦਾ ਸੁਭਾਅ ਚੱਕੀ ਫਿਰਦਾ। ਅਲੱਗ ਅਲੱਗ ਸੁਭਾਅ ਚੱਕੀ ਫਿਰਦੇ। ਅੱਗੇ ਸਤਿਗੁਰੂ ਜੀ ਕਹਿੰਦੇ, ਤੀਰਥ ਤਪ ਦਇਆ ਦਤ ਦਾਨ। ਤੀਰਥਾਂ, ਯਾਤਰਾ, ਤਪਾਂ, ਸਾਧਨਾ, ਜੀਆਂ ਤੇ ਦਇਆ ਕਰਨੀ, ਤਰਸ ਕਰਨਾ ਕਿਸੇ ਤੇ, ਕਿਸੇ ਦਾ ਦਿੱਤਾ ਹੋਇਆ ਦਾਨ। ਇਸ ਬਦਲੇ ਜੇ ਕੋ ਪਾਵੈ ਤਿਲ ਕਾ ਮਾਨ। ਜੇ ਕਿਸੇ ਮਨੁੱਖ ਨੂੰ ਇਸ ਬਦਲੇ ਕੋਈ ਵਡਿਆਈ ਵੀ ਮਿਲੇ ਤੇ ਉਹ ਕਿੰਨੀ ਕੁ ਮਿਲੇ? ਕਿੰਨੀ ਕੁ ਵਡਿਆਈ ਮਿਲੇ? ਉਹ ਤਿਲ ਮਾਤਰੀ ਮਿਲਦੀ ਹੈ। ਜੇ ਕੋ ਪਾਵੈ ਤਿਲ ਕਾ ਮਾਨ, ਤਿਲ ਮਾਤਰੀ ਵਡਿਆਈ ਮਿਲਦੀ ਹੈ ਇਸ ਬਦਲੇ। ਤੀਰਥ ਤੇ ਜਾਵੇ, ਤਪ ਕਰੇ, ਦਇਆ ਕਰੇ, ਦਾਨ ਕਰੇ, ਦੀਆਂ ਤੇ ਤਰਸ ਕਰੇ, ਤੇ ਉਸ ਬਦਲੇ ਵਡਿਆਈ ਕਿੰਨੀ ਕੁ ਹੈ? ਤਿਲ ਮਾਤਰ ਜਿੰਨੀ। ਤਿਲ ਮਾਤਰ ਜਿੰਨੀ ਵਡਿਆਈ ਮਿਲਦੀ ਹੈ। ਇਹ ਤਿਲ ਜਿੰਨੀ ਮਾਤਰ ਭਾਵ ਕਿ ਪ੍ਰਮਾਤਮਾ ਦੀ ਵਡਿਆਈ ਕਰੇਗਾ, ਪ੍ਰਮਾਤਮਾ ਦੇ ਨਾਲ ਜੁੜੇਗਾ ਤੇ ਬੇਅੰਤ ਵਡਿਆਈ ਮਿਲਣੀ ਹੈ, ਥੋੜੀ ਜਿਹੀ ਨਹੀਂ। ਦਇਆ ਕਿਸੇ ਤੇ ਕਰੇਗਾ ਤੇ ਥੋੜੇ ਜਿਹੇ ਬੋਲ ਕਿਸੇ ਤੇ ਲੈ ਜਾਵੇਂਗਾ, ਭਾਈ ਤੇਰਾ ਭਲਾ ਹੋਵੇ, ਰੱਬ ਤੈਨੂੰ ਬਹੁਤ ਦੇਵੇ। ਕਿਸੇ ਨੂੰ ਦਾਨ ਦੇਵੇਂਗਾ ਤੇ ਦੋ ਲਫ਼ਜ਼ ਅਗਲਾ ਬੋਲ ਦਿੰਦਾ,
ਤੀਰਥਾਂ ਤੇ ਜਾਏਗਾ ਤੇ ਅਗਲਾ ਕਹਿ ਦੇਵੇਗਾ ਬੰਦਾ ਬੜਾ ਚੰਗਾ ਹੈ, ਇਹ ਤੀਰਥਾਂ ਤੇ ਜਾਂਦਾ, ਇਸ਼ਨਾਨ ਕਰਦਾ, ਕੋਈ ਤੀਰਥ ਛੱਡਦਾ ਹੀ ਨਹੀਂ, ਕੋਈ ਮੇਲਾ ਨਹੀਂ ਛੱਡਦਾ, ਜਾ ਕੇ ਇਸ਼ਨਾਨ ਕਰਦਾ, ਕੋਈ ਮੇਲਾ ਨਹੀਂ ਛੱਡਦਾ, ਬੜਾ ਤਪ ਕਰਦਾ, ਬੜੀ ਦਇਆ ਇਸ ਦੇ ਵਿੱਚ, ਜੀਆਂ ਤੇ ਤਰਸ ਕਰਦਾ। ਤੇ ਇਸ ਬਦਲੇ ਜੀ ਤੈਨੂੰ ਵਡਿਆਈ ਵੀ ਮਿਲੀ ਹੈ, ਤੇ ਕਿੰਨੀ ਕੁ ਮਿਲੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਤਿਲ ਮਾਤਰ ਜਿੰਨੀ ਹੈ, ਜੇ ਕੋ ਪਾਵੇ ਤਿਲ ਕਾ ਮਾਣ। ਪਰ ਇਹ ਸਤਿਗੁਰੂ ਜੀ ਅੱਗੇ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ। ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਸੁਰਤ ਜੋੜੀ ਹੈ ਨਾ, ਉਸ ਸੱਚੇ ਸਾਹਿਬ ਦੇ ਨਾਮ ਦੇ ਵਿੱਚ ਸੁਰਤ ਜੋੜੀ ਹੈ, ਉਸ ਦੇ ਨਾਮ ਦੇ ਨਾਲ ਪਿਆਰ ਪਾਇਆ, ਸਾਂਝ ਬਣਾਈ, ਜਿਸ ਦਾ ਮਨ ਉਸ ਦੇ ਨਾਮ ਦੇ ਵਿੱਚ ਪਤੀਜ ਗਿਆ, ਰਮਿਆ ਗਿਆ, ਜਵਾ ਉਹ ਅਕਾਲ ਪੁਰਖ ਦਾ ਪਿਆਰ ਜਿਸ ਨੇ ਆਪਣੇ ਮਨ ਦੇ ਵਿੱਚ ਜਮਾਇਆ ਹੋਇਆ, ਰਮਿਆ, ਜਿਸ ਦਾ ਮਨ ਅੰਤਰਗਤ ਤੀਰਥ ਮਲਣਾ ਹੋ, ਉਸ ਮਨੁੱਖ ਨੇ ਮਨ ਨੂੰ ਆਪਣੇ ਅੰਦਰਲੇ ਤੀਰਥ ਤੇ ਮਲ ਮਲ ਕੇ ਇਸ਼ਨਾਨ ਕਰ ਲਿਆ। ਜਿਸ ਦੀ ਸੁਰਤ ਗੁਰੂ ਦੇ ਵਿੱਚ ਜੁੜੀ ਹੋਈ ਹੈ, ਜਿਸ ਦਾ ਪ੍ਰੇਮ ਗੁਰੂ ਦੇ ਨਾਲ ਬਣਿਆ ਹੋਇਆ, ਮਨ ਉਸਨੇ ਤੀਰਥਾਂ ਤੇ ਵੀ ਇਸ਼ਨਾਨ ਕਰ ਲਿਆ। ਦਇਆ ਦੇ ਗੁਣ ਵੀ ਆ ਗਏ, ਪੁੰਨ ਦੇ ਗੁਣ ਵੀ ਆ ਗਏ, ਸਾਰਾ ਕੁਝ ਆ ਗਿਆ। ਜਿਸ ਦਾ ਪ੍ਰੇਮ ਉਸ ਪਰਮਾਤਮਾ ਦੇ ਨਾਲ ਬਣਿਆ ਹੋਇਆ, ਅਕਾਲ ਪੁਰਖ ਦੇ ਨਾਲ ਬਣਿਆ ਹੋਇਆ, ਜਿਸ ਦਾ ਪ੍ਰੇਮ, ਉਸਨੇ ਮਾਨੋ ਜਿਵੇਂ ਸਾਰੀ ਮੈਲ ਹੀ ਲਾ ਲਈ ਤੀਰਥਾਂ ਤੇ ਜਾ ਕੇ, ਮਾਨੋ ਜਿਵੇਂ ਜੀਆਂ ਤੇ ਤਰਸ ਹੀ ਕਰ ਲਿਆ ਵੇ, ਸਾਰਾ ਕੁਝ ਕਰ ਲਿਆ ਵੇ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣਾਂ ਨੂੰ ਗਾ ਸਕਾਂ। ਇਹ ਸਭ ਤੇਰੀਆਂ ਵਡਿਆਈਆਂ ਤੇ ਸਭ ਤੇਰੀਆਂ ਦਾਤਾਂ ਤੇ ਤੇਰੀ ਸਮਝ ਦਿੱਤੀ ਹੋਈ ਹੈ। ਜਿਤਨੀ ਕੁ ਤੂੰ ਸਮਝ ਦੇਣਾ ਨਾ, ਮੈਂ ਉਤਨੀ ਕੁ ਸਮਝ ਦੇ ਨਾਲ ਤੇਰੀ ਵਡਿਆਈ ਕਰ ਸਕਦਾ, ਜ਼ਿਆਦਾ ਨਹੀਂ ਕਰ ਸਕਦਾ, ਕਿਉਂਕਿ ਸਮਝ ਤੂੰ ਦਿੱਤੀ ਹੈ, ਔਰ ਸਮਝ ਵੀ ਜਿਹੜੀ ਹੈ ਇਹ ਸੀਮਤ ਹੈ। ਅਕਾਲ ਪੁਰਖ ਅਸੀਮ ਹੈ, ਤੇ ਮਨੁੱਖ ਦੇ ਕੋਲ ਜੋ ਸਰੋਤ ਨੇ ਨਾ, ਰਸਨਾ ਹੈ, ਅੰਗ ਹੈ, ਜਿੰਨੇ ਵੀ ਹੱਥ ਹੈ, ਪੈਰ ਹੈ, ਅੱਖ, ਹੱਥ, ਇਸ ਦੀ ਜਿਹੜੀ ਤਾਕਤ ਹੈ ਇਹ ਅਸੀਮ ਨਹੀਂ ਹੈ, ਸੀਮਤ ਹੈ, ਸੀਮਤ। ਹੱਥ ਕਿੰਨਾ ਕੁ ਕੰਮ ਕਰ ਸਕਦੇ ਨੇ, ਥੱਕ ਜਾਣਗੇ। ਪੈਰ ਕਿੰਨਾ ਕੁ ਚੱਲ ਸਕਦੇ ਨੇ, ਥੱਕ ਜਾਣਗੇ, ਥੱਕ ਜਾਂਦੇ ਨੇ ਇੱਕ ਵੇਲੇ ਜਾ ਕੇ। ਕਿੰਨਾ ਕੁ ਚੱਲ ਸਕਦਾ, ਇਹ ਸੁਰਤ ਕਿੰਨਾ ਕੁ ਸੋਚ ਸਕਦੀ ਹੈ, ਇਹ ਅੱਖਾਂ ਕਿੰਨਾ ਕੁ ਚਿਰ ਵੇਖ ਸਕਦੀਆਂ, ਥੱਕ ਜਾਂਦੀਆਂ, ਥੱਕ ਜਾਂਦੀਆਂ। ਐ ਪ੍ਰਮਾਤਮਾ ਸਭ ਗੁਣ ਤੇਰੇ ਮੈਂ ਨਾਹੀ ਕੋਈ, ਇਹ ਹੱਥ ਵੀ ਤੂੰ ਦਿੱਤੇ ਨੇ, ਇਹ ਪੈਰ ਵੀ ਤੂੰ ਦਿੱਤੇ ਨੇ, ਅੱਖਾਂ ਵੀ ਤੂੰ ਦਿੱਤੀਆਂ, ਸਾਰਾ ਕੁਝ ਹੀ ਤੇਰਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਐ ਪ੍ਰਮਾਤਮਾ ਇਸ ਮੁਖ ਦੇ ਨਾਲ ਮੈਂ ਤੇਰੀ ਵਡਿਆਈ ਕਰਾਂ, ਮੈਂ ਸਿਫਤ ਕਰਾਂ, ਇਹ ਰਸਨਾ ਵੀ ਤਾਂ ਤੇਰੀ ਹੈ। ਇਹ ਹੱਥਾਂ ਦੇ ਨਾਲ ਮੈਂ ਦਾਨ ਕਰਾਂ, ਤੇ ਇਹ ਹੱਥ ਵੀ ਤੇ ਤੇਰੀ ਨੇ। ਪੈਰਾਂ ਦੇ ਨਾਲ ਚੱਲ ਕੇ ਮੈਂ ਤੀਰਥਾਂ ਤੇ ਜਾਵਾਂ, ਤੇ ਪੈਰ ਵੀ ਤੇ ਤੇਰੇ ਹੀ ਦਿੱਤੇ ਹੋਏ, ਸਾਰਾ ਕੁਝ ਤੇਰਾ। ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ, ਤੇਰੀ ਵਡਿਆਈ ਗਾ ਸਕਾਂ, ਤੇਰੀ ਵਡਿਆਈ ਕਰ ਸਕਾਂ। ਇਹ ਤੇਰੀਆਂ ਹੀ ਸਾਰੀਆਂ ਵਡਿਆਈਆਂ ਨੇ ਪ੍ਰਭੂ, ਮੇਰੀ ਕੋਈ ਵਡਿਆਈ ਨਹੀਂ, ਮੇਰੀ ਕੋਈ ਸਿਆਣਪ, ਕੋਈ ਚਤਰਾਈ ਨਹੀਂ। ਵਿਣ ਗੁਣ ਕੀਤੇ ਭਗਤ ਨਾ ਹੋਏ, ਹੇ ਅਕਾਲ ਪੁਰਖ, ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ, ਜੇ ਤੂੰ ਆਪਣੇ ਗੁਣ, ਕੁਝ ਕੁ ਗੁਣ ਮੇਰੇ ਅੰਦਰ ਮੈਨੂੰ ਨਾ ਦਵੇਂ, ਮੈਨੂੰ ਸਮਝ ਨਾ ਦਵੇਂ, ਮੈਨੂੰ ਬਿਰਤੀ ਨਾ ਦਵੇਂ, ਮੈਨੂੰ ਸੁਰਤ ਨਾ ਦਵੇਂ, ਗੁਣ ਨਾ ਦਵੇਂ, ਤੇ ਇਹ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਤੇਰੀ ਵਡਿਆਈ ਨਹੀਂ ਹੋ ਸਕਦੀ, ਮੈਥੋਂ ਤੇਰੀ ਭਗਤੀ ਨਹੀਂ ਕੀਤੀ ਜਾ ਸਕਦੀ। ਇਹ ਅਕਾਲ ਪੁਰਖ, ਇਹ ਗੁਣ ਵੀ ਜਿਹੜੇ ਨੇ ਨਾ ਤੂੰ ਦਿੱਤੇ ਨੇ, ਇਹਨਾਂ ਗੁਣਾਂ ਦੇ ਬਦਲੇ ਜੇ ਕੋਈ ਮੇਰੀ ਵਡਿਆਈ ਕਰਦਾ, ਕੋਈ ਮੇਰੀ ਸਿਫਤ ਕਰਦਾ, ਤੇ ਇਹ ਮੇਰੀ ਵਡਿਆਈ ਨਹੀਂਗੀ, ਇਹ ਤੇਰੇ ਗੁਣਾਂ ਦੀ ਕੀਮਤ ਹੈ, ਤੇਰੇ ਗੁਣਾਂ ਦੀ ਸਿਫਤ ਹੈ। ਜੇ ਮੇਰੀ ਵਡਿਆਈ ਹੋ ਰਹੀ ਹੈ, ਮੈਂ ਤੈਨੂੰ ਗਾ ਰਿਹਾ, ਮੈਂ ਤੈਨੂੰ ਜਪ ਰਿਹਾ, ਮੈਂ ਤੈਨੂੰ ਧਿਆ ਰਿਹਾ,
ਤੇ ਜੇ ਕੋਈ ਮੇਰੀ ਵਡਿਆਈ ਕਰਦਾ ਪਿਆ ਹੈ, ਮੇਰੀ ਵਡਿਆਈ ਨਹੀਂ, ਕਿਉਂਕਿ ਬਾਣੀ ਤਾਂ ਮੈਂ ਤੇਰੀ ਗਾ ਰਿਹਾ ਤੇ ਗੁਣ ਤਾਂ ਸਾਰੇ ਤੇਰੇ ਨੇ। ਇਹ ਸਾਰੇ ਗੁਣਾਂ ਦੇ ਨਾਲ ਗੁਣ ਤੇਰੇ ਵਰਤ ਰਿਹਾ, ਬਾਣੀ ਮੈਂ ਤੇਰੀ ਵਰਤ ਰਿਹਾ, ਇਹ ਰਸਨਾ ਵੀ ਤੇਰੀ ਹੈ, ਇਹ ਸਾਰਾ ਕੁਝ ਹੀ ਤੇਰਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਤੇ ਮੇਰੇ ਵਿੱਚ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਇਹ ਗੁਣ ਵੀ ਤੇਰੇ, ਸਾਰਾ ਕੁਝ ਤੇਰਾ, ਇਹ ਵਡਿਆਈ ਵੀ ਤੇਰੀ ਹੈ। ਮੇਰੀ ਕੋਈ ਸਿਆਣਪ ਨਹੀਂ, ਕੋਈ ਚਤੁਰਾਈ ਨਹੀਂ ਹੈ ਪ੍ਰਮਾਤਮਾ ਜੀ, ਇਹ ਸਾਰੇ ਗੁਣ ਤੇਰੇ ਨੇ। ਸਵਸਤ ਆਤ ਬਾਣੀ ਬਰਮਾਉ, ਹੇ ਨਿਰੰਕਾਰ ਅਸੀਂ ਨਾ ਤੇਰੀ ਸਦਾ ਹੀ ਜੈ ਜੈਕਾਰ ਕਰਦੇ ਪਏ ਹਾਂ, ਸਦਾ ਹੀ ਜੈ ਜੈਕਾਰ ਕਰਦੇ। ਭਾਵੇਂ ਸ੍ਰਿਸ਼ਟੀ ਦੇ ਵਿੱਚ ਸਦਾ ਹੀ ਤੂੰ ਹੈ, ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਹੈਗਾ, ਕਿਸੇ ਦੀ ਕੋਈ ਹਸਤੀ ਨਹੀਂ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਕਹਿ ਆਏ, ਜਪਜੀ ਸਾਹਿਬ ਮੂਲ ਮੰਤਰ ਦੇ ਵਿੱਚ ਕਹਿ ਆਏ ਨੇ, ਇੱਕ ਓੰਕਾਰ, ਉਹ ਅਕਾਲ, ਉਹ ਪਰਮਾਤਮਾ, ਉਹ ਨਿਰੰਕਾਰ, ਉਹ ਨਿਰਭਉ, ਉਹ ਜਿਹੜਾ ਨਿਰਵੈਰ ਹੈ, ਉਹ ਜਿਹੜਾ ਸਹਿਭੰਗ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ, ਜਿਸ ਦਾ ਉਹ ਇੱਕ ਹਿੰਦਸੇ ਵਾਲਾ ਹੈ, ਇੱਕ ਸਿਰਫ ਓਨਲੀ ਵਨ, ਇੱਕ। ਸਤਿਗੁਰੂ ਜੀ ਕਹਿੰਦੇ, ਹੈ ਨਿਰੰਕਾਰ ਤੇਰੀ ਸਦਾ ਜੈ ਹੈ, ਜੈ ਜੈਕਾਰ ਹੈ। ਤੂੰ ਆਪੇ ਹੀ ਮਾਇਆ ਹੈ, ਤੇਰੀ ਸਦਾ ਜੈ ਜੈਕਾਰ ਕਿਉਂ ਹੈ? ਕਿਉਂਕਿ ਤੂੰ ਆਪ ਹੀ ਮਾਇਆ ਹੈ, ਤੂੰ ਆਪੇ ਹੀ ਬਾਣੀ ਹੈ, ਤੂੰ ਆਪ ਹੀ ਬ੍ਰਹਮ ਹੈ। ਭਾਵ ਤੇਰੇ ਤੋਂ ਇਲਾਵਾ ਕੋਈ ਹੋਰ ਬ੍ਰਹਮਾ ਨਹੀਂ ਹੈ। ਹੁਣ ਜੇ ਕਹਿ ਦਈਏ ਕਿ ਪ੍ਰਮਾਤਮਾ ਇੱਥੇ ਤੱਕ ਤੈਨੂੰ ਕਿਹਾ ਤੂੰ ਬ੍ਰਹਮਾ ਹੈ, ਤੇ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ, ਪ੍ਰਮਾਤਮਾ ਜੀ ਤੂੰ ਹੀ ਸਾਡੇ ਵਾਸਤੇ ਬ੍ਰਹਮਾ ਹੈ, ਤੇਰੇ ਤੋਂ ਇਲਾਵਾ ਕੋਈ ਕਿਸੇ ਦੀ ਹਸਤੀ ਨਹੀਂ ਹੈ, ਤੂੰ ਹੀ ਸਾਡੇ ਵਾਸਤੇ ਬ੍ਰਹਮਾ ਹੈ, ਤੇਰੇ ਤੋਂ ਇਲਾਵਾ ਕਿਸੇ ਦੀ ਕੋਈ ਹਸਤੀ ਨਹੀਂ। ਬਾਣੀ ਜਾਂ ਬ੍ਰਹਮਾ, ਇਹ ਬੋਲ, ਇਹ ਰਸਨਾ ਤੇਰੇ ਤੋਂ ਵੱਖਰੇ ਨਹੀਂ ਹੈ, ਇਹ ਬਾਣੀ ਵੀ ਤੇਰੀ ਹੈ ਤੇ ਬ੍ਰਹਮਾ ਵੀ ਤੂੰ ਹੀ, ਸਾਰਾ ਕੁਝ ਹੀ ਤੂੰ, ਸਾਰਾ ਕੁਝ ਹੀ ਤੂੰ। ਬਾਣੀ ਤਾਂ ਇੱਥੋਂ ਤੱਕ ਕਹਿ ਰਹੀ ਹੈ ਕਿ ਜਿਹੜੇ ਬੱਦਲਾਂ ਦੇ ਰਾਹੀਂ ਮੀਂਹ ਪੈਂਦਾ ਪਿਆ, ਉਹ ਇੰਦਰ ਵੀ ਹੋਰ ਕੋਈ ਨਹੀਂ, ਉਹ ਇੰਦਰ ਵੀ ਤੂੰ ਹੀ, ਉਹ ਇੰਦਰ ਦੇਵਤਾ ਨਹੀਂ ਹੈ, ਇੰਦਰ ਵੀ ਤੂੰ ਹੀ। ਕਿਆ ਉਠ ਦੇਖੋ ਬੱਪੜੇ, ਇਸ ਮੇਘਾ ਹੱਥ ਕਿਛ ਨਾ ਹੈ। ਕੀ ਵੇਖਦਾ ਪਿਆ ਉੱਪਰ ਨੂੰ ਹੱਥ ਚੱਕ ਚੱਕ ਕੇ? ਇਹਨਾਂ ਬਦਲਾਂ ਦੇ ਵਸ ਵਿੱਚ ਕੁਝ ਵੀ ਨਹੀਂ, ਇਸ ਇੰਦਰ ਦੇ ਵਸ ਵਿੱਚ ਕੁਝ ਵੀ ਨਹੀਂ ਹੈ, ਬਦਲਾਂ ਦੇ ਵਸ, ਮੇਘ ਦੇ ਵਸ ਵਿੱਚ ਕੁਝ ਨਹੀਂ ਹੈ। ਕਿਆ ਉਠ ਦੇਖੋ ਬੱਪੜੇ, ਇਸ ਮੇਘਾ ਹੱਥ ਕਿਛ ਨਾ ਹੈ। ਜਿਸ ਦੀ ਕਿਰਪਾ ਦੇ ਨਾਲ ਵਰਸਦਾ ਪਿਆ ਨਾ, ਉਸ ਦੀ ਵਡਿਆਈ, ਜਿਸ ਦੀ ਵਡਿਆਈ। ਤੇਰੇ ਤੋਂ ਬਗੈਰ ਕਿਸੇ ਦੀ ਕੋਈ ਹਸਤੀ ਨਹੀਂ ਹੈ ਨਿਰੰਕਾਰ, ਤੂੰ ਸਦਾ ਅਟਲ ਹੈ ਤੇ ਤੇਰੀ ਸਦਾ ਜੈ ਜੈਕਾਰ ਹੋ ਰਹੀ ਹੈ। ਸਤ ਸੁਹਾਣ ਸਦਾ ਮਨ ਚਾਓ, ਤੂੰ ਸਦਾ ਥਿਰ ਹੈ, ਸੋਹਣਾ ਹੈ, ਤੇਰੇ ਮਨ ਦੇ ਵਿੱਚ ਸਦਾ ਖਿੜਾਓ, ਤੇਰੇ ਵਿੱਚ ਭਾਵ ਤੇਰੀ ਕੁਦਰਤ ਹੈ ਨਾ, ਜਿਹੜੀ ਤੇਰਾ ਮਨ ਕਿਹੜਾ ਹੈ, ਇਹ ਕੁਦਰਤ ਤੇਰੀ ਮਨ ਹੈ, ਤੇਰਾ ਮਨ, ਇਸ ਦੇ ਵਿੱਚ ਸਦਾ ਖਿੜਾਓ। ਸੋਹਣੇ ਸੋਹਣੇ ਫੁੱਲ ਨੇ ਇਸ ਕੁਦਰਤ ਦੇ ਵਿੱਚ, ਸੋਹਣੇ ਸੋਹਣੇ ਬਾਗ ਬਗੀਚੇ ਨੇ, ਸੋਹਣੀਆਂ ਸੋਹਣੀਆਂ ਬਿਰਤੀਆਂ ਵਾਲੇ, ਚੰਗੀ ਸੂਰਤ ਵਾਲੇ ਮਨੁੱਖ ਨੇ ਇਸ ਸੰਸਾਰ ਦੇ ਵਿੱਚ। ਉਹ ਜੇ ਚੰਗੀ ਬੋਲੀ ਵਾਲੇ ਚੰਗੇ ਮਨੁੱਖ ਨੇ, ਮਹਾਪੁਰਸ਼ ਨੇ, ਸਤਪੁਰਸ਼ ਨੇ ਇਸ ਸੰਸਾਰ ਦੇ ਵਿੱਚ। ਇਹ ਕੁਦਰਤ ਨੂੰ ਦੇਖੀਏ, ਚੰਗੇ ਫੁੱਲ, ਚੰਗੀ ਬਨਸਪਤੀ, ਇਹ ਪਾਣੀ ਦੇ ਝਰਨੇ, ਤੇ ਕੁਦਰਤ ਨੇ ਵਿਸ਼ਾਲ ਰਚਿਆ। ਇਹ ਪ੍ਰਮਾਤਮਾ ਕਿਤਨਾ ਸੁੰਦਰ ਹੈ ਤੇਰਾ, ਕਿਤਨੀ ਸੁੰਦਰ ਹੈ ਤੇਰੀ ਕੁਦਰਤ, ਬਲਿਹਾਰੀ ਤੇਰੇ ਤੋਂ ਵਾਰੀ ਵਾਰੀ, ਐ ਪ੍ਰਮਾਤਮਾ ਤੇਰੇ ਤੋਂ ਵਾਰੀ ਵਾਰੀ। ਸਤ ਸੁਹਾਨ ਸਦਾ ਮਨ ਚਾਓ, ਮੇਰੇ ਮਨ ਦੇ ਵਿੱਚ ਚਾਅ ਉੱਠਦਾ ਹੈ ਜਦੋਂ ਮੈਂ ਵੇਖਦਾ ਨਾ ਤੇਰੀ ਕੁਦਰਤ ਨੂੰ, ਤੇਰੇ ਖੇੜੇ ਨੂੰ, ਤੇ ਮੇਰੇ ਮਨ ਦੇ ਵਿੱਚ ਚਾਅ ਉੱਠਦਾ ਹੈ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਇਹੋ ਜਿਹਾ ਪ੍ਰਮਾਤਮਾ ਜਿਹੜਾ ਰਮੇ ਰਮੇ ਜ਼ਰੇ ਜ਼ਰੇ ਦੇ ਵਿੱਚ ਰਮਿਆ ਪਿਆ,
ਜਿਹੜਾ ਜ਼ਰੇ ਜ਼ਰੇ ਦੇ ਵਿੱਚ ਵਸਦਾ ਪਿਆ। ਇਹ ਜੋ ਪ੍ਰਮਾਤਮਾ ਬਾਰੇ ਕੁਝ ਕੋਈ ਜਾਣਦਾ ਵੀ ਹੈ ਕਿ ਨਹੀਂ ਜਾਣਦਾ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਸ ਬਾਰੇ ਕੀ ਕਹਿੰਦੇ ਨੇ? ਕਹਿੰਦੇ ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਤੇ ਕਿਹੜਾ ਦਿਨ ਸੀ? ਕਿਹੜਾ? ਕਿਸੇ ਨੂੰ ਕੋਈ ਪਤਾ ਹੀ ਨਹੀਂ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕੁਝ ਨਹੀਂ ਪਤਾ ਕਿਸੇ ਨੂੰ, ਕੋਈ ਥਿਤ ਦਾ ਨਹੀਂ ਪਤਾ, ਕੋਈ ਦਿਨ ਦਾ ਨਹੀਂ ਪਤਾ। ਕਵਣ ਸੁਰੁੱਤੀ ਮਾਹੁ ਕਵਣ ਜਿਤ ਹੋਵਾ ਆਕਾਰ। ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ, ਜਦੋਂ ਇਹ ਕੁਦਰਤ ਬਣੀ ਹੈ? ਕੋਈ ਦੱਸੇ ਤਾਂ ਸੀ। ਕਵਣ ਸੁਰੁੱਤੀ, ਕਿਹੜੀ ਰੁੱਤ ਸੀ ਉਦੋਂ? ਕਿਹੜਾ ਮਹੀਨਾ ਸੀ ਜਦੋਂ ਇਹ ਆਕਾਰ ਸੰਸਾਰ ਬਣਿਆ, ਸੰਸਾਰ ਦੀ ਹੋਂਦ ਬਣੀ ਹੈ, ਇਹ ਆਕਾਰ ਹੋਇਆ? ਕੋਈ ਦਿਨ ਦੱਸ ਸਕਦਾ, ਕੋਈ ਰੁੱਤ ਸਾਹਿਬ ਦੱਸ ਸਕਦਾ, ਕੋਈ ਘੜੀ ਦੱਸ ਸਕਦਾ, ਵੇਲਾ ਵਕਤ ਕੁਝ ਵੀ ਤਾਂ ਦੱਸੇ। ਕਿਹੜਾ ਦਿਨ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਕਿਹੜਾ ਵਾਰ ਸੀ? ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਸਤਿਗੁਰੂ ਜੀ ਕਹਿੰਦੇ ਕਦੋਂ ਸੰਸਾਰ ਬਣਿਆ, ਉਸ ਸਮੇਂ ਦਾ ਪੰਡਤਾਂ, ਗਿਆਨਵਾਨ ਸਤਿਪੁਰਸ਼ਾਂ ਇਸ ਬਾਰੇ ਕਿਸੇ ਨੂੰ ਅਜੇ ਤੱਕ ਸਮਝ ਲੱਗੀ ਨਹੀਂ ਹੈ, ਤੇ ਨਾ ਹੀ ਸਮਝ ਲੱਗਣੀ ਹੈ, ਤੇ ਨਾ ਹੀ ਕਿਸੇ ਦੀ ਪਕੜ ਵਿੱਚ ਆਇਆ, ਤੇ ਨਾ ਹੀ ਇਹ ਗੱਲ ਕਿਸੇ ਦੀ ਪਕੜ ਵਿੱਚ ਆਵੇਗੀ। ਕਦੋਂ ਇਹ ਸੰਸਾਰ ਬਣਿਆ, ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਿਆ। ਜੇ ਪਤਾ ਹੁੰਦਾ ਤੇ ਇਸ ਮਜ਼ਮੂਨ ਨੂੰ ਕਿਸੇ ਇੱਕ ਪੁਰਾਣ ਦੇ ਵਿੱਚ ਲਿਖ ਜਾਂਦੇ, ਕਿਤੇ ਲਿਖਿਆ ਹੁੰਦਾ ਪੁਰਾਣਾਂ ਦੇ ਵਿੱਚ। ਜੇ ਪਤਾ ਹੁੰਦਾ ਨਾ ਉਹਨਾਂ ਨੂੰ, ਤੇ ਕਿਸੇ ਪੁਰਾਣ, ਕਿਸੇ ਇੱਕ ਪੁਰਾਣ ਦੇ ਵਿੱਚ ਕਿਤੇ ਤਾਂ ਲਿਖਿਆ ਹੁੰਦਾ ਇਹ ਸੰਸਾਰ ਇਸ ਤਰੀਕ ਨੂੰ ਬਣਿਆ ਸੀ, ਇਸ ਵਾਰ ਨੂੰ ਬਣਿਆ ਸੀ। ਕਦੋਂ ਬਣਿਆ ਸੀ ਪਤਾ ਹੀ ਨਹੀਂ ਕਿਸੇ ਨੂੰ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਜੇ ਉਸ ਸਮੇਂ ਦੀ ਕਾਜ਼ੀਆਂ ਨੂੰ ਖਬਰ ਸਮਝ ਲੱਗੀ ਹੋਵੇ, ਲੱਗ ਸਕੀ ਹੋਵੇ, ਨਹੀਂ ਤਾਂ ਉਹ ਵੀ ਲੇਖਾ ਲਿਖ ਦਿੰਦੇ। ਆਪਣੀਆਂ ਆਇਤਾਂ ਇਕੱਠੀਆਂ ਕਰਕੇ ਕੁਰਾਨ ਲਿਖਿਆ ਸੀ, ਤੇ ਉਹ ਵੀ ਲੇਖਾ ਵਿੱਚ ਕੁਰਾਨ ਦੇ ਲਿਖ ਦਿੰਦੇ ਕਿ ਪ੍ਰਮਾਤਮਾ ਨੇ, ਰੱਬ ਨੇ, ਦਾਤੇ ਨੇ, ਅੱਲਾ ਨੇ ਸੰਸਾਰ ਦੀ ਸਿਰਜਣਾ ਕਦੋਂ ਕੀਤੀ, ਇਹ ਆਕਾਰ ਕਦੋਂ ਬਣਿਆ, ਕਿਹੜਾ ਦਿਨ ਸੀ, ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜਾ ਸਮਾਂ ਸੀ, ਕਿਹੜੀ ਰੁੱਤ ਸੀ। ਨਹੀਂ ਲਿਖਿਆ ਕਿਤੇ, ਕਿਤੇ ਨਹੀਂ ਲਿਖਿਆ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ। ਜਦੋਂ ਦਾ ਜਗਤ ਬਣਿਆ ਏ ਕਿਹੜਾ ਵਾਰ ਸੀ, ਇਹ ਗੱਲ ਕੋਈ ਵੀ ਜੋਗੀ ਵੀ ਨਹੀਂ ਜਾਣਦਾ। ਵੱਡੇ ਵੱਡੇ ਜੋਗ ਸਾਧਨਾ ਵਾਲੇ, ਸਮਾਧੀਆਂ ਲਾਉਣ ਵਾਲੇ, ਸੁਰਤੀਆਂ ਜੋੜਨ ਵਾਲੇ, ਜਿਨ੍ਹਾਂ ਨੂੰ ਕਹਿੰਦੇ ਨੇ ਸਵਾਸ ਰੋਕ ਲੈਂਦੇ ਨੇ, ਸਰੀਰ ਨੂੰ ਖੜਾ ਲੈਂਦੇ ਨੇ ਆਪਣਾ, ਕਹਿੰਦੇ ਤਮਾਮ ਇੰਦਰੀਆਂ ਰੋਕ ਲੈਂਦੇ ਨੇ, ਸਵਾਸ ਰੋਕ ਲੈਂਦੇ ਨੇ। ਇਸ ਗੱਲ ਦੀ ਸਮਝ ਜੋਗੀਆਂ ਨੂੰ ਵੀ ਨਹੀਂ ਲੱਗੀ, ਜੋਗੀ ਵੀ ਨਹੀਂ ਜਾਣਦਾ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ। ਨਾ ਜੋਗੀ, ਨਾ ਕਾਜੀ, ਨਾ ਪੰਡਤ। ਉਸ ਵੇਲੇ, ਉਹਨਾਂ ਸਮਿਆਂ ਦੇ ਵਿੱਚ, ਗੁਰੂ ਨਾਨਕ ਸਾਹਿਬ ਵੇਲੇ ਕਾਜੀ, ਪੰਡਤ ਤੇ ਜੋਗੀ, ਇਹ ਤਿੰਨੇ ਧਾਰਮਿਕ ਆਗੂਆਂ ਵਜੋਂ ਮਸ਼ਹੂਰ ਸੀ। ਇਹ ਮਸ਼ਹੂਰ ਸੀ, ਸਾਰੇ ਧਰਮ ਦੇ ਰਹਿਬਰ ਇੱਕ ਨਹੀਂ ਜਾਂਦੇ ਸੀ। ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਬਣਿਆ, ਕਦੋਂ ਬਣਿਆ। ਪ੍ਰਮਾਤਮਾ ਅਭੇਦ ਹੈ ਤੇ ਉਸ ਦਾ ਬਣਾਇਆ ਹੋਇਆ ਜਗਤ ਵੀ ਭੇਦ ਹੈ। ਤਿੰਨ ਗੱਲਾਂ ਬੜੀਆਂ ਅਭੇਦ ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਦਾ। ਇੱਕ ਤੇ ਪ੍ਰਮਾਤਮਾ ਅਭੇਦ ਹੈ, ਕਿਸੇ ਦੀ ਪਕੜ ਵਿੱਚ ਨਹੀਂ ਆਇਆ। ਦੂਸਰਾ, ਪ੍ਰਮਾਤਮਾ ਦਾ ਬਣਾਇਆ ਹੋਇਆ ਸੰਸਾਰ, ਮੱਥਾ ਮਾਰ ਕੇ ਥੱਕ ਗਏ ਨੇ ਸਾਰੇ,
कदों बने, खोजां हो रही हैं, दसदे ने, अगला खोज वाला वो दस दिंदा है, फिर दसदा है, फिर अखीर ते नतीजा ही निकलदा है कि नहीं पता, कुछ भी नहीं पता। जां करता सिरठी को साजे, किसी नूं पता होवे कि इह सृष्टि, इह संसार कदों दा बणिया, कदों दा बने, किसी जोगी, किसी काजी, किसी पंडित, किसी विद्वान, किसी जोग साधना वाले नूं पता होवे कि संसार कदों दा बनिया, किसी नूं कुछ भी नहीं पता, कुछ भी नहीं पता, किसी कुछ भी नहीं पता। जिसने ये बनाया है उसे नूं पता है। तीन गल्लां संसार दे विच अभेद ने कि उन्हां ने अभेद ही रहना, उन्हां दा भेद बनिया होया ते भेद ही रहना। एक तां इह है कि संसार कदों बनिया, इसनूं कोई नहीं जान सकेगा और ना ही जान सकेगा। मत्था मार मार के थक गए सारे कि पता लग जावे कि संसार कदों दा बनिया, किवें बनिया, नहीं पता लगता। दूसरी है मौत, कि बंदा मर के जांदा किथे है। ये बड़ी रुचि है लोकां दी, ते लोकां ने ना मन घड़त गल्लां ते मन घड़त दावे कीते होए है कि मर के बंदा उत्थे जांदा है। फिर धर्मराज दी कचहरी बनी हुई है, मंदा उत्थे मर के पेश हुंदा है, उहदे पापां ते पुन्नां दी विचार कीती जांदी है। पर यह गल अभेद है, ये अंदाजे है सारे। संसार कदों दा बनिया, अंदाजे है। मौत तो बाद अंदाजे है। ते तीसरा परमात्मा बारे भी अंदाजे ही है, परमात्मा बारे भी कुछ नहीं पता किसी। ये तीन गल्लां अभेद है और अभेद ही रहना। मर के बंदा किथे गया, किधर नूं गया, उस नाल की होया, उस बारे अभेदता ही है, अभेदता ही रहेगी, कोई जान नहीं सकता, कोई नहीं जान सकता। परमात्मा नूं जे कोई कह दे कि परमात्मा बारे कोई जान लवे कि किसी ने वेखिया किस रूप दे विच, रूप ना रेख ना रंग के चित्रेह गुण ते प्रभ भिन्न, ते सह बुझाए नानका जिस होवे सो प्रसन्न। कोई परमात्मा बारे जान लवे, जान नहीं सकता। गुरु नानक साहब कहंदे ना कोई वार जानदा है परमात्मा बारे, परमात्मा की बनाई हुई रचना बारे, ना किसी नूं समय दा पता है, ना किसी नूं वार दा पता, ना किसी नूं थित दा पता है, घड़ी दा किसी नूं नहीं पता। जे पता होवे ते पंडितां ने पुराणां दे विच लिख देना सी ते काजियां ने आयतां इकट्ठे करके लिख देना सी कि संसार इस तरीक नूं बनिया, इस समय विच बनिया, इस घड़ी नूं बनिया, इस साल दे विच बनिया। पता ही नहीं किसी नूं, कुछ भी नहीं पता, कुछ भी नहीं पता, सब अंदाजे। जां करता सृष्टि को साजे, जो सिरजनहार इस जगत नूं पैदा करता है वो आप ही जानता है कि एक कदों दा बनिया, एक खेड कदों तो खेडी जा रही है। उस परमात्मा दीयां खेडां दा उसे नूं पता है। फिर सतगुरु जी गुरु नानक साहब महाराज कहते हैं परमात्मा तो बड़ा वड्डा है, बहुत वड्डा। किव कर आखां किव सालाही, क्यों वरनी किव जाना। मैं किस तरह उस अकाल पुरख की वडियाई कर सकां, किवें करां उस अकाल पुरख की वडियाई। उस अकाल पुरख वाहिगुरु जी की मैं सिफत सलाह उसकी विचार किवें करां। वो मेरी पकड़, मेरी समझ, मेरी सुरत तो बाहर है, मेरे अंदाजे तो बाहर है, मैं नहीं कर सकता उसकी सिफत। उस अकाल पुरख की वडियाई वर्णन किस तरह करां, ये समझ सकां मैं। किव कर आखा किव सलाही, क्यों वरनी किव जाना। किवें जाना, किवें वडियाई करां, किवें उसकी सिफत करां, मेरी समझ तो बाहर है, मेरी सुरत तो बाहर है, मेरी रमज तो बाहर, मेरे तो नहीं होती। मैनू जिहड़े जे गुण दिते ने ना परमात्मा जी तुसीं थोड़े मोटे, उन्हां गुणां दे नाल मैं तुहाडी वडियाई करदा पिया, उन्हां गुणां दे नाल मेरी कदर हो रही है। जे कोई किसी मनुख की कोई कदर करदा पिया ना, वो गुण परमात्मा दे ने, बंदे दे गुण नहीं है।
ਬੰਦਾ ਕੋਈ ਰੱਬ ਬਣਿਆ ਫਿਰੇ ਕਿ ਮੇਰੇ ਵਿੱਚ ਇਹ ਗੁਣ ਨੇ, ਉਹ ਗੁਣ ਵੀ ਰੱਬ ਦੇ ਨੇ। ਤੈਨੂੰ 1-2 ਗੁਣ ਦਿੱਤੇ, 3 ਗੁਣ ਦਿੱਤੇ ਆ, ਹੁਣ ਗੁਣਾਂ ਦੀ ਕਦਰ ਹੋ ਰਹੀ ਹੈ, ਤੇਰੀ ਕਦਰ ਨਹੀਂ ਆ, ਉਹਨਾਂ ਗੁਣਾਂ ਦੀ ਕਦਰ ਹੈ। ਕਿਸੇ ਦੀ ਆਵਾਜ਼ ਬੜੀ ਸੁੰਦਰ ਹੈ, ਅਗਲਾ ਕਹਿੰਦਾ ਜੀ ਤੇਰੀ ਆਵਾਜ਼ ਬੜੀ ਸੁੰਦਰ ਹੈ। ਆਵਾਜ਼ ਕਿੱਥੋਂ ਮਿਲੀ? ਰੱਬ ਕੋਲ। ਤੇਰਾ ਚਿਹਰਾ ਬੜਾ ਸੁੰਦਰ ਹੈ, ਉਹ ਚਿਹਰਾ ਕਿੱਥੋਂ ਮਿਲਿਆ? ਪਰਮਾਤਮਾ ਤੋਂ। ਤੇਰੀ ਚਾਲ ਬੜੀ ਸੁੰਦਰ ਹੈ, ਤੇਰੇ ਵਿਚਾਰ ਬੜੇ ਸੁੰਦਰ ਨੇ, ਤੇਰੇ ਦਿਮਾਗ ਦੇ ਵਿੱਚੋਂ ਨਿਕਲਦੀਆਂ ਹੋਈਆਂ ਗੱਲਾਂ ਬੜੀਆਂ ਡੂੰਘੀਆਂ ਨੇ, ਬੜੀਆਂ ਰਮਜ਼ ਵਾਲੀਆਂ ਨੇ, ਬੰਦਾ ਮੋਹਿਤ ਹੋ ਗਿਆ। ਇਹ ਗੁਣ ਕਿਸ ਦੇ ਨੇ? ਪਰਮਾਤਮਾ ਦੇ, ਉਸ ਦਾਤੇ ਦੇ। ਤੇ ਇਹ ਪਰਮਾਤਮਾ ਜੀ ਜਿਹੜੀਆਂ ਮੈਂ ਤੁਹਾਡੀਆਂ ਵਡਿਆਈਆਂ ਕਰਦਾ ਪਿਆ ਨਾ, ਤੁਹਾਡੇ ਗੁਣਾਂ ਨੂੰ ਬਿਆਨ ਕਰਦਾ ਪਿਆ, ਵਰਣਨ ਕਰਦਾ ਪਿਆ ਨਾ ਤੁਹਾਡੇ ਗੁਣਾਂ ਨੂੰ, ਇਹ ਸਾਰਾ ਕੁਝ ਹੀ ਤੁਹਾਡਾ ਹੈ। ਤੇ ਮੇਰੇ ਤੋਂ ਜਿੰਨੀ ਕੁ ਵਡਿਆਈ ਹੁੰਦੀ ਹੈ ਨਾ, ਉਹ ਮੈਂ ਕਰੀ ਜਾ, ਮੇਰੀ ਸਮਝ ਤੋਂ ਬਾਹਰ ਹੈ, ਸਮਝ ਤੋਂ ਬਾਹਰ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਹੈ ਨਾਨਕ। ਹਰੇਕ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਇੱਕ ਦੂਜੇ ਤੋਂ ਆਪਣੇ ਆਪ ਨੂੰ ਸਿਆਣਾ ਸਮਝ ਕੇ ਉਸ ਅਕਾਲ ਪੁਰਖ ਦੀ ਵਡਿਆਈ ਕਰਦਾ ਹੈ, ਪਰ ਦੱਸ ਨਹੀਂ ਸਕਦਾ। ਵਡਿਆਈ ਹੁੰਦੀ ਨਹੀਂ। ਇੱਕ ਬੰਦਾ ਸਿਆਣਾ, ਉਸ ਤੋਂ ਦੂਸਰਾ ਵੀ ਸਿਆਣਾ ਹੈ। ਕਿਸੇ ਦੀ ਆਵਾਜ਼ ਬੜੀ ਸੁੰਦਰ, ਉਹ ਆਪਣੇ ਤਰੀਕੇ ਦੇ ਨਾਲ ਕਰਦਾ। ਕਿਸੇ ਦੀ ਸਮਝ ਬੜੀ ਉੱਚੀ ਹੈ, ਉਹ ਆਪਣੇ ਤਰੀਕੇ ਦੇ ਨਾਲ ਕਰਦਾ। ਕੋਈ ਰਮਜ਼ ਦੇ ਨਾਲ ਕਰਦਾ, ਕਿਸੇ ਦੇ ਵਿੱਚ ਗੁਣ ਬੜੇ ਨੇ, ਕਿਸੇ ਦੇ ਵਿੱਚ ਕਿਤਾਬਾਂ ਪੜ੍ਹ ਪੜ੍ਹ ਕੇ ਸਮਝ ਬੜੀ ਆਈ ਹੈ, ਕਿਸੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਕਰਦਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਹੈ ਨਾਨਕ। ਇਸ ਸੰਸਾਰ ਦੇ ਵਿੱਚ, ਇਸ ਜਗਤ ਦੇ ਵਿੱਚ ਨਾ, ਇੱਕ ਮਨੁੱਖ ਤੋਂ ਲੈ ਕੇ ਅਨੇਕਾਂ ਹੀ ਸਿਆਣੇ ਨੇ। ਇੱਕ ਤੋਂ ਇੱਕ ਸਿਆਣਾ ਪਿਆ ਇਸ ਸੰਸਾਰ ਦੇ ਵਿੱਚ, ਇੱਕ ਤੋਂ ਇੱਕ ਡੂੰਘੀ ਸਮਝ ਵਾਲਾ ਪਿਆ। ਕਿਤੇ ਇਹ ਨਾ ਕਹਿ ਦੇ ਜੇ ਕਿ ਡੂੰਘੀ ਸਮਝ ਵਾਲਾ, ਇਸ ਤੋਂ ਬਾਅਦ ਕੋਈ ਨਹੀਂ। ਇੱਕ ਤੋਂ ਇੱਕ ਪਿਆ, ਇੱਕ ਤੋਂ ਇੱਕ ਬੰਦਾ, ਵੱਡੇ ਤੋਂ ਵੱਡਾ ਪਿਆ, ਜਿਸ ਨੂੰ ਸਮਝ ਹੈ। ਪਰ ਜਿਸ ਨੂੰ ਸਮਝ ਹੈ ਨਾ, ਉਹ ਵੀ ਦੱਸ ਨਹੀਂ ਸਕਦਾ। ਸਮਝ ਵੀ ਤਾਂ ਪਰਮਾਤਮਾ ਦੀ ਹੈ, ਅਭੇਦਤਾ ਵੀ ਪਰਮਾਤਮਾ ਦੀ ਹੈ, ਇਹ ਸੁਰਤ ਵੀ ਤਾਂ ਪਰਮਾਤਮਾ ਦੀ ਹੈ। ਸੁਰਤ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਸੁਰਤ ਸੀਮਤ ਹੈ, ਸਮਝ ਸੀਮਤ ਹੈ, ਇਹ ਅੱਖਰ ਸੀਮਤ ਹੈ, ਇਹ ਬੋਲ ਸੀਮਤ ਹੈ। ਪਰਮਾਤਮਾ ਅਸੀਮ ਹੈ, ਇਸ ਲਈ ਸਾਡੀ ਸਮਝ ਵਿੱਚ ਨਹੀਂ ਆਉਂਦੀ। ਵੱਡਾ ਸਾਹਿਬ ਵੱਡੀ ਨਾਹੀਂ, ਕੀਤਾ ਜਾਂਕਾ ਹੋਵੇ। ਉਹ ਜਿਹੜਾ ਪਰਮਾਤਮਾ ਹੈ ਨਾ, ਸਾਰਿਆਂ ਤੋਂ ਵੱਡਾ ਹੈ। ਉਸ ਦੀ ਸਿਫਤ ਵੀ ਉੱਚੀ ਹੈ, ਬਹੁਤ ਉੱਚੀ ਹੈ। ਜੋ ਕੁਝ ਇਸ ਸੰਸਾਰ ਦੇ ਵਿੱਚ ਹੋ ਰਿਹਾ, ਹੋਣ ਜਾ ਰਿਹਾ, ਉਸੇ ਦਾ ਕੀਤਾ ਹੋਇਆ, ਕਿਸੇ ਮਨੁੱਖ ਦਾ ਨਹੀਂ ਕੀਤਾ ਹੋਇਆ। ਮਨੁੱਖ ਤਾਂ ਬੋਲ ਹੀ ਬੋਲਦਾ ਹੈ, ਕਈ ਵਾਰ ਕੱਚੇ ਬੋਲ ਬੋਲਦਾ, ਕਈ ਵਾਰ ਸ਼ਰਧਾ ਵਿੱਚ ਬੋਲਦਾ, ਤੇ ਕਈ ਵਾਰ ਆਪਣੀ ਅਕਿਰਤ ਘਣਤਾ ਦਿਖਾਉਂਦਾ। ਅਕਿਰਤ ਘਣਤਾ ਦਿਖਾਉਂਦਾ ਹੋਇਆ ਪਰਮਾਤਮਾ ਤੇ ਉਂਗਲ ਚੁੱਕਦਾ। ਕਈ ਵਾਰ ਉਸਨੂੰ ਬੋਲ ਕੋ ਬੋਲ ਬੋਲਦਾ, ਬੋਲ ਕੋ ਬੋਲ ਬੋਲਦਾ। ਉਸ ਦੀ ਵਡਿਆਈ ਬਹੁਤ ਉੱਚੀ ਹੈ, ਕਿਸੇ ਤੋਂ ਹੁੰਦੀ ਨਹੀਂ ਹੈ। ਇਹ ਜਿਹੜਾ ਜਗਤ ਦੇ ਵਿੱਚ ਸਾਰਾ ਕੁਝ ਤਮਾਸ਼ਾ ਹੋ ਰਿਹਾ, ਉਸ ਪਰਮਾਤਮਾ ਦਾ ਹੀ ਹੋ ਰਿਹਾ। ਜਗਤ ਤਮਾਸ਼ਾ ਹੈ, ਖੇਡ ਹੈ। ਬਾਜੀਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਰਮਾਤਮਾ ਬਾਜੀਗਰ, ਬਹੁਤ ਵੱਡਾ ਬਾਜੀਗਰ। ਬਾਜੀਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਅਨੇਕਾਂ ਤਰ੍ਹਾਂ ਦੇ ਸਵਾਂਗ ਜਿਵੇਂ ਇੱਕ ਬਾਜੀਗਰ ਰਚਦਾ ਹੈ, ਵਾਰ-ਵਾਰ ਇਹ ਭੇਖ ਬਦਲਦਾ, ਤਮਾਸ਼ੇ ਦਿਖਾਉਂਦਾ ਹੈ, ਤਮਾਸ਼ੇ ਦਿਖਾਉਂਦਾ। ਅਸਲ ਵਿੱਚ ਜਿਹੜਾ ਤਮਾਸ਼ੇ ਦਿਖਾ ਰਿਹਾ ਨਾ ਬਾਜੀਗਰ, ਇਹ ਪਹਿਰਾਵਾ ਉਸਦਾ ਅਸਲੀ ਪਹਿਰਾਵਾ ਨਹੀਂ ਹੈ। ਉਹ ਤਾਂ ਮੋਹਿਤ ਕਰ ਰਿਹਾ, ਸਾਨੂੰ ਛਲ ਰਿਹਾ, ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਕਰਕੇ ਦਿਖਾ ਕੇ ਸਾਨੂੰ ਛਲਦਾ ਪਿਆ ਤੇ ਸਾਡਾ ਮਨ ਪਰਚਾਵਾ ਕਰਦਾ ਪਿਆ। ਅਸਲ ਵਿੱਚ ਉਸ ਦਾ ਪਹਿਰਾਵਾ ਇਹ ਨਹੀਂ ਹੈ।
बाजी गरजा से बाजी पाई, नाना रूप भेख दिखलाई, सवांग उतार थम्यो पसारा, तब एको एक अंकार। ਜਦੋਂ ਖੇਡ ਖਤਮ ਹੁੰਦੀ ਹੈ ਫਿਰ ਉਹ ਆਪਣੇ ਅਸਲ ਰੂਪ ਦੇ ਵਿੱਚ ਆਉਂਦਾ ਹੈ, ਅਸਲ ਰੂਪ ਵਿੱਚ ਆ ਕੇ ਸਾਰਾ ਕੁਝ ਸਮੇਟ ਕੇ ਚੱਲਦਾ ਬਣਦਾ ਹੈ। ਇਹ ਖੇਡ ਵੀ ਪਰਮਾਤਮਾ ਦੀ ਹੈ, ਇਹ ਰਚਨਾ ਵੀ ਉਸ ਪਰਮਾਤਮਾ ਦੀ ਹੈ, ਉਸ ਅਕਾਲ ਪੁਰਖ ਦੀ ਹੈ। ਸਮਝ ਵਿੱਚ ਨਹੀਂ ਆਉਂਦੀ ਕਿਸੇ ਦੀ, ਉਸ ਦੀ ਵਡਿਆਈ ਸਮਝ ਵਿੱਚ ਨਹੀਂ ਆਉਂਦੀ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। हे ਨਾਨਕ, ਜੇ ਕੋਈ ਮਨੁੱਖ ਆਪਣੀ ਸੋਝੀ ਸਮਝ ਦੇ ਆਸਰੇ ਪ੍ਰਭੂ ਦੀ ਬੇਅੰਤਤਾ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਸ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ। ਭਾਵ ਕੋਈ ਮਨੁੱਖ ਕਵੇ ਕਿ ਮੈਂ ਪਰਮਾਤਮਾ ਨੂੰ ਸਮਝ ਚੁੱਕਿਆ। ਅਨੇਕਾਂ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਵੇਖਦੇ ਪਏ, ਛੋਟੀ ਬੁੱਧੀ ਹੋਛੀ ਬੁੱਧੀ ਵਾਲੇ ਮਨੁੱਖ ਨਾ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਮੈਂ ਪਰਮਾਤਮਾ ਨੂੰ ਵੇਖਿਆ, ਮੈਨੂੰ ਸਮਝ ਹੈ, ਮੈਂ ਜਾਣ ਲਿਆ ਉਸ ਨੂੰ। ਕਦੋਂ ਸੰਸਾਰ ਤੁਹਾਨੂੰ ਇਹੋ ਜਿਹੇ ਮਨੁੱਖ ਵੀ ਮਿਲਣਗੇ ਕਿ ਜਿਹੜੇ ਦੱਸਣਗੇ ਕਿ ਕਦੋਂ ਸੰਸਾਰ ਬਣਿਆ ਮੈਨੂੰ ਭੇਦ ਆ ਗਿਆ, ਕਦੋਂ ਖਤਮ ਹੋਣਾ ਮੈਨੂੰ ਭੇਦ ਦਾ ਪਤਾ ਲੱਗ ਗਿਆ। ਇਹੋ ਜਿਹੇ ਵੀ ਸੰਸਾਰ ਵਿੱਚ ਬਿਰਤੀ ਵਾਲੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਤਾਂ ਇਹ ਕਹਿੰਦੇ ਨੇ ਕਿ ਨਾਨਕ ਜੇ ਕੋ ਆਪੋ ਜਾਣੈ, ਜੇ ਕੋਈ ਆਪਣੇ ਆਪ ਨੂੰ ਸ੍ਰੇਸ਼ਟ ਮਨੁੱਖ ਗਿਣਦਾ ਨਾ, ਅੱਗਾ ਗਿਆ ਨਾ ਸੋ ਹੈ। ਪਰਮਾਤਮਾ ਦੀ ਨਜ਼ਰੇ ਇਨਾਇਤ ਵਿੱਚ ਪ੍ਰਵਾਨ ਨਹੀਂ ਹੈ, ਪ੍ਰਵਾਨ ਨਹੀਂ ਹੈ। ਆਪਣੇ ਆਪ ਨੂੰ ਭਾਵੇਂ ਉੱਚਾ ਗਿਣੀ ਜਾਵੇ, ਉੱਤਮ ਗਿਣੀ ਜਾਵੇ, ਪਰਮਾਤਮਾ ਦੀ ਹਜ਼ੂਰੀ ਦੇ ਵਿੱਚ, ਉਸ ਦੀ ਬਣਾਈ ਹੋਈ ਕਾਇਨਾਤ ਕੁਦਰਤ ਦੇ ਵਿੱਚ ਤੂੰ ਪ੍ਰਵਾਨ ਨਹੀਂ ਹੈ, ਤੂੰ ਨਹੀਂ ਹੈ ਪ੍ਰਵਾਨ। ਤੂੰ ਹੋਛਾ ਹੋਵੇਂਗਾ, ਤੂੰ ਪਖੰਡੀ ਹੋਵੇਂਗਾ, ਤੂੰ ਦਿਖਾਵਾ ਕਰਦਾ ਹੋਵੇਂਗਾ ਆਪਣੀ ਸਮਝ ਦਾ, ਤੇ ਤੇਰੀ ਸਮਝ ਸੀਮਤ ਹੈ। ਪਰਮਾਤਮਾ ਅਸੀਮ, ਸੀਮ ਅਸੀਮ। ਅੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਸਾਰੇ ਵੇਦ ਇੱਕ ਜ਼ਬਾਨ ਹੋ ਕੇ ਆਖਦੇ ਜੇ ਕਹਿਣ ਕਿ ਪਤਾਲਾਂ ਹੇਠ ਹੋਰ ਬੇਅੰਤ ਪਤਾਲ ਨੇ, ਆਕਾਸ਼ਾਂ ਦੇ ਉੱਪਰ ਹੋਰ ਬੇਅੰਤ ਆਕਾਸ਼ ਹੈ। ਅਨੇਕਾਂ ਪੋਥੀਆਂ ਤੇ ਧਾਰਮਿਕ ਗ੍ਰੰਥਾਂ ਤੇ ਪੁਸਤਕਾਂ ਦੇ ਹਵਾਲੇ ਦੇ ਵਿੱਚ ਨਾ ਇੱਕ ਭਗਤਮਾਲਾ ਦੀ ਪੁਸਤਕ ਹੈ। ਭਗਤਮਾਲਾ ਦੇ ਵਿੱਚ ਪਤਾ ਕੀ ਲਿਖਿਆ? ਕਹਿੰਦੇ ਮੁਹੰਮਦ ਸਾਹਿਬ ਇੱਕ ਵਾਰ ਜਾ ਰਹੇ ਸੀ, ਮੁਹੰਮਦ ਸਾਹਿਬ ਜਾ ਰਹੇ ਸੀ ਤੇ ਅੱਗੇ ਊਠਾਂ ਦੀ ਬੜੀ ਲੰਮੀ ਲਾਈਨ ਸੀ, ਤੇ ਮੁਹੰਮਦ ਸਾਹਿਬ ਆਪਣੇ ਸੇਵਕ ਨੂੰ ਕਹਿੰਦੇ ਕਿ ਝਟ ਘੜੀ ਇੱਥੇ ਬੈਠ ਜਾਈ, ਫਿਰ ਚੱਲਾਂਗੇ ਜਦੋਂ ਇਹ ਊਠ ਲੰਘ ਜਾਣਗੇ, ਘੜੀ ਝਟ ਆਰਾਮ ਵੀ ਕਰ ਲਾਂਗੇ। ਕਹਿੰਦੇ ਬੈਠੇ ਬੈਠੇ ਦੁਪਹਿਰ ਹੋ ਗਈ, ਸ਼ਾਮ ਹੋ ਗਈ, ਊਠਾਂ ਦੀ ਲਾਈਨ ਹੀ ਖਤਮ ਨਹੀਂ ਹੋ ਰਹੀ, ਊਠ ਹੀ ਨਹੀਂ ਖਤਮ ਹੁੰਦੇ। ਤੇ ਮੁਹੰਮਦ ਸਾਹਿਬ ਕਹਿੰਦੇ ਊਠਾਂ ਦੀ ਲਾਈਨ ਜਿਵੇਂ ਜਿੱਥੋਂ ਸ਼ੁਰੂ ਹੋਈ ਸੀ ਉੱਥੋਂ ਫੇਰ ਹੀ ਇੰਨੀ ਹੈ, ਖਤਮ ਹੀ ਨਹੀਂ ਹੋ ਰਹੀ। ਜਿੰਨੇ ਊਠ ਲੰਘ ਗਏ ਉਹਨੇ ਪਿੱਛੇ ਨਜ਼ਰ ਆ ਰਹੇ, ਤੇ ਸਾਰਿਆਂ ਦੇ ਉੱਤੇ ਨਾ ਕਹਿੰਦੇ ਇੱਕ ਇੱਕ ਪੇਟੀ ਲੱਦੀ ਹੈ ਪਿੱਠ ਦੇ ਵਿੱਚ, ਤੇ ਪਿੱਠ ਤੋਂ ਕਹਿੰਦੇ ਨੇ ਮੁਹੰਮਦ ਸਾਹਿਬ ਨੇ ਆਖਿਆ, ਕਹਿੰਦੇ ਵੇਖੀਏ ਤੇ ਅਸੀਂ ਨੇ ਪਿੱਠ ਦੇ ਉੱਤੇ ਕੀ ਲੱਦਿਆ ਹੋਇਆ। ਇਹ ਸਾਖੀ ਹੈ ਭਗਤਮਾਲਾ ਦੇ ਵਿੱਚ ਸਮਝਾਉਣ ਦੇ ਲਈ। ਇਹ ਅਸਲ ਹੈ ਜਾਂ ਨਹੀਂ ਇਸ ਬਾਰੇ ਨਹੀਂ ਸਮਝਣ ਦੇ। ਮੁਹੰਮਦ ਸਾਹਿਬ ਨੇ ਕਿਹਾ ਆਪਣੇ ਸੇਵਕ ਨੂੰ ਕਿ ਇੱਕ ਊਠ ਨੂੰ ਪਾਸੇ ਕਰਕੇ ਉਸ ਦੀ ਪੇਟੀ ਲਾ ਕੇ ਦੇਖੀਏ ਕਿ ਵਿੱਚ ਹੈ ਕੀ। ਕਹਿੰਦੇ ਮੁਹੰਮਦ ਸਾਹਿਬ ਨੇ ਊਠ ਨੂੰ ਪਾਸੇ ਕੀਤਾ, ਉਸਦੇ ਸੇਵਕ ਨੇ, ਤੇ ਉੱਤੋਂ ਪੇਟੀ ਲਾਈ ਹੈ, ਤੇ ਪੇਟੀ ਜਦੋਂ ਖੋਲੀ ਤੇ ਵਿੱਚ ਆਂਡੇ ਨੇ, ਗੋਲ ਚੀਜ਼ ਹੈ ਵਿੱਚ। ਉਸਨੂੰ ਕਹਿੰਦੇ ਭੰਨਿਆ ਤੇ ਵੇਖਿਆ ਕਿ ਬੇਅੰਤ ਆਕਾਸ਼ ਤੇ ਬੇਅੰਤ ਪਤਾਲ, ਬੇਅੰਤ ਆਕਾਸ਼ ਤੇ ਬੇਅੰਤ ਪਤਾਲ ਹੈ, ਗਿਣਤੀ ਕੋਈ ਇੱਕ ਇੱਕ ਆਂਡੇ ਵਿੱਚ ਕਿਤਨੇ ਬ੍ਰਹਮੰਡ। ਮੁਹੰਮਦ ਸਾਹਿਬ ਕਹਿੰਦੇ ਹੱਥ ਜੋੜ ਕੇ ਖੜ ਗਏ, ਇਹ ਅੱਲਾ ਤੇਰੇ ਗੁਣਾਂ ਨੂੰ ਮੈਂ ਸਮਝ ਨਹੀਂ ਸਕਦਾ। ਅਸੀਂ ਗਿਣਤੀ ਕਰੀਏ ਕਿ 7 ਨੇ, 3 ਨੇ, 10 ਹੈ,
ਤੇ ਗਿਣਤੀ ਕਰੀਏ ਤੇ ਗਿਣਤੀ ਤਾਂ ਹੈ ਹੀ ਨਹੀਂ, ਕਿਉਂਕਿ ਅਸੀਂ ਪਹਿਲਾਂ ਵੀ ਵਿਚਾਰ ਕਰ ਰਹੇ ਹਾਂ ਕਿ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ, ਸਾਰਾ ਕੁਝ ਅੱਖਰਾਂ ਦੇ ਵਿੱਚ ਹੈ। ਤੇ ਅੱਖਰ ਕਿੱਥੋਂ ਆਏ? ਅੱਖਰ ਵੀ ਤਾਂ ਤੇਰੇ ਨੇ। ਇਹ ਸੁਰਤ ਦੇ ਨਾਲ ਅਸੀਂ ਬੋਲਦੇ ਹਾਂ ਤੇ ਸੁਰਤ ਵੀ ਤਾਂ ਤੇਰੀ ਹੈ, ਸਮਝ ਦੇ ਨਾਲ ਬੋਲਦੇ ਹਾਂ ਤੇ ਸਮਝ ਵੀ ਤਾਂ ਤੇਰੀ ਹੈ। ਤੇ ਅਸੀਂ ਤੈਨੂੰ ਕਿਵੇਂ ਜਾਣ ਸਕਦੇ ਹਾਂ? ਅਸੀਂ ਕਿਸ ਤਰ੍ਹਾਂ ਅੰਦਾਜ਼ਾ ਲਾ ਸਕਦੇ ਹਾਂ? ਕਿਵੇਂ ਬਿਆਨ ਕਰ ਸਕਦੇ ਹਾਂ ਤੇਰੀ ਬੇਅੰਤ ਦਾ? ਇਹ ਤਾਂ ਹੋਛਾ ਕਰਮ, ਹੋਛਾ ਕਰਮ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਸਤਿਗੁਰੂ ਜੀ ਕਹਿੰਦੇ ਗਿਣਤੀ ਨਹੀਂ ਹੈ ਕਿਸੇ ਵੀ ਚੀਜ਼ ਦੀ। ਪਰਮਾਤਮਾ ਨੂੰ ਗਿਣਤੀ ਵਿੱਚ ਲਿਆਇਆ ਹੀ ਨਹੀਂ ਜਾ ਸਕਦਾ। ਕਿਤਨੇ ਪਤਾਲ ਨੇ, ਕਿਤਨੇ ਆਕਾਸ਼ ਨੇ, ਇਹ ਗਿਣਤੀ ਹੈ ਹੀ ਨਹੀਂ। ਗੁਰਬਾਣੀ ਗਿਣਤੀ ਕਰਦੀ ਨਹੀਂ, ਉਹ ਗੱਲ ਕਰਦੀ ਹੈ ਇੱਕ ਦੀ। ਔਰ ਜਦੋਂ ਗੱਲ ਚੱਲਦੀ ਹੈ ਇੱਕ ਦੀ, ਫਿਰ ਉਹ ਬੇਅੰਤ ਹੈ। ਬੇਅੰਤਤਾ ਦਾ ਪਸਾਰਾ ਇਤਨਾ ਵਿਸ਼ਾਲ ਹੈ ਕਿ ਦੱਸਿਆ ਨਹੀਂ ਜਾ ਸਕਦਾ। ਗਿਣਤੀ ਨਹੀਂ ਹੈ। ਗਿਣਤੀ ਹੋ ਗਈ ਤੇ ਫਿਰ ਅਕਾਲ ਪੁਰਖ ਦੀ ਬੇਅੰਤਤਾ ਕੀ ਹੋਈ, ਉਸ ਦੀ ਵਡਿਆਈ ਕੀ ਹੋਈ? ਇਹ ਗਿਣਤੀ ਨਹੀਂ ਹੈ, ਇਹ ਭੇਦ ਹੈ। ਅੱਗੇ ਵੀ ਅਸੀਂ ਵਿਚਾਰ ਕਰ ਚੁੱਕੇ ਹਾਂ। ਮੌਤ, ਪ੍ਰਭੂ ਤੇ ਸੰਸਾਰ ਕਦੋਂ ਦਾ ਬਣਿਆ? ਇਹਨਾਂ ਤਿੰਨ ਚੀਜ਼ਾਂ ਦਾ ਅਜੇ ਤੱਕ ਸੰਸਾਰ, ਸਮਾਜ, ਬੁੱਧੀਜੀਵੀਆਂ, ਕਲਮ ਦੇ ਧਨੀਆਂ, ਉੱਚੀ ਸੁਰਤ ਵਾਲਿਆਂ ਨੇ ਆਪਣੇ ਸਵਾਸ ਰੋਕ ਕੇ ਇਸ ਸੰਸਾਰ ਨੂੰ ਗਵਾਹੀ ਦੇਣ ਵਾਲਿਆਂ ਨੇ, ਵੱਡੇ ਵੱਡੇ ਬੁੱਧੀ ਵਿਦਵਾਨ ਪੰਡਤਾਂ ਨੂੰ, ਜੋਗੀਆਂ ਨੂੰ, ਕਾਦੀਆਂ ਨੂੰ ਸਮਝ ਨਹੀਂ ਲੱਗੀ। ਤੇ ਹੋਰ ਕਿਸੇ ਨੂੰ ਕੀ ਸਮਝ ਲੱਗੀ? ਕਿਸੇ ਨੂੰ ਸਮਝ ਨਹੀਂ ਲੱਗੀ। ਅੰਦਾਜ਼ੇ ਨੇ ਸਭ। ਓੜਕ ਓੜਕ ਭਾਲ ਥਕੇ, ਵੇਦ ਕਹਿਣੀ ਕਵਾਤ। ਬੇਅੰਤ ਰਿਸ਼ੀ ਮੁਨੀ ਅਖੀਰਲੇ ਬੰਨਿਆਂ ਦੀ ਭਾਲ ਕਰਦੇ ਕਰਦੇ ਥੱਕ ਗਏ ਕਿ ਪਰਮਾਤਮਾ ਦਾ ਅਖੀਰਲਾ ਬੰਨਾ ਕਿੱਥੇ ਹੈ? ਉਹ ਹੈ ਹੀ ਅਪਾਰ, ਉਹ ਹੈ ਹੀ ਅਗੰਮ ਹੈ। ਅਗੰਮ ਦਾ ਭਾਵ ਕੀ ਹੈ? ਅਗੰਮ ਇਹਨਾਂ ਹੱਥਾਂ, ਇੰਦਰੀਆਂ, ਤਮਾਮ ਇੰਦਰੀਆਂ, ਇਹ ਅੱਖਾਂ, ਇਹ ਹੱਥ, ਇਹ ਪੈਰ, ਇਹ ਸੁਰਤ, ਉੱਚੀ ਸੁਰਤ ਦੇ ਰਾਹੀਂ ਕਿਸੇ ਤੱਕ ਨਾ ਪਹੁੰਚਿਆ ਜਾਵੇ, ਉਸ ਨੂੰ ਕਹਿੰਦੇ ਨੇ ਅਗੰਮ। ਪਰਮਾਤਮਾ ਅਗੰਮ ਹੈ। ਇਹਨਾਂ ਅੱਖਾਂ ਦੇ ਰਾਹੀਂ ਅਸੀਂ ਕਹੀਏ ਕਿ ਉਹਨੂੰ ਵੇਖ ਸਕੀਏ, ਉਹ ਤਾਂ ਅਸੀਮ ਹੈ ਤੇ ਤੂੰ ਸੀਮਤ ਹੈ। ਪੈਰਾਂ ਦੇ ਨਾਲ ਚੱਲ ਕੇ ਪਹੁੰਚ ਸਕੀ ਤੇਰੇ ਕੋਲ, ਉਹ ਤਾਂ ਅਸੀਮ ਹੈ। ਤੇਰੇ ਪੈਰ ਸੀਮਤ ਨੇ, ਚੱਲਣਗੇ ਸੀਮਤ। ਕਿੰਨਾ ਚੱਲ ਸਕਦੇ ਨੇ? ਸੀਮਤ। 2 ਕਿਲੋਮੀਟਰ, 4 ਕਿਲੋਮੀਟਰ, 10 ਕਿਲੋਮੀਟਰ, 50 ਕਿਲੋਮੀਟਰ ਕਿੰਨਾ ਚੱਲੇਗਾ? ਥੱਕ ਜਾਵੇ। ਅਖੀਰ ਤੇ ਇਹ ਪੈਰ ਹੀ ਥੱਕ ਜਾਣਗੇ। ਅਖੀਰ ਤੇ ਇਹ ਕੰਨ ਥੱਕ ਜਾਣਗੇ, ਇਹ ਅੱਖਾਂ ਥੱਕ ਜਾਣੀਆਂ ਨੇ, ਇਹ ਹੱਥ ਥੱਕ ਜਾਣੇ। ਇਹ ਸੰਸਾਰ ਦੀ ਕੁਦਰਤ ਫਿਰ ਵੀ ਐਵੇਂ ਚੱਲੀ ਜਾਣੀ, ਇਹ ਐਵੇਂ ਚੱਲਦੀ ਰਹਿਣੀ। ਇਹ ਨਹੀਂ ਥੱਕਦੀ, ਇਹ ਨਹੀਂ ਥੱਕਦੀ। ਇਹ ਸਾਰਾ ਕੁਝ ਐਵੇਂ ਚੱਲੀ ਜਾਣੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੱਗੇ, ਕਹਿੰਦੇ ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਰ। 18,000 ਆਲਮ, 18,000 ਆਲਮ ਕਹਿਣ ਕਤੇਬਾਂ ਆਖਦੀਆਂ ਨੇ। ਕਤੇਬ ਜਿਹੜੇ ਗ੍ਰੰਥ ਨੇ ਉਹ 18,000 ਆਲਮ ਕਹਿੰਦੇ ਨੇ। ਕਹਿੰਦੇ ਧਰਤੀਆਂ 18,000। ਈਸਾਈ ਮਤ ਤੇ ਇਸਲਾਮ ਆਦਿਕ ਦੀਆਂ 4 ਕਿਤਾਬਾਂ, ਕੁਰਾਨ, ਅੰਜੀਲ, ਤੁਰੇਤ ਤੇ ਜ਼ਬੂਰ। ਅਸੂਲ ਮੁੱਢ, ਇਹ ਅਰਬੀ ਬੋਲੀ ਦਾ ਲਫ਼ਜ਼, ਅੱਖਰ ਸਾਧ। ਇਹ ਕਹਿ ਰਹੇ ਨੇ ਕਿ ਪ੍ਰਮਾਤਮਾ ਸਤਵੇਂ ਤੇ ਬੈਠਾ ਆਕਾਸ਼ ਤੇ, ਪ੍ਰਮਾਤਮਾ ਤੀਸਰੇ ਆਕਾਸ਼ ਤੇ ਬੈਠਾ ਹੈ, ਭਾਵ ਥੱਲੇ ਧਰਤੀ ਹੈ, ਥੱਲੇ ਪਤਾਲ, ਇਹ ਧਰਤੀ ਹੈ ਤੇ ਉੱਪਰ ਆਕਾਸ਼ ਹੈ। ਇਸਲਾਮ ਕੇ ਅੰਦਰ ਨਹੀਂ, 7 ਪਤਾਲ ਤੇ ਆਕਾਸ਼। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ, ਅਸੀਂ, ਅਸੀਂ। ਬ੍ਰਹਮਾ ਕਹਿੰਦਾ ਨੇਤੀ, ਨੇਤੀ, ਨੇਤੀ। ਨਹੀਂ ਹੈ ਸਮਝ, ਬੜਾ ਯਤਨ ਕੀਤਾ ਸਮਝਣ ਦਾ, ਨਹੀਂ ਹੈ।
ਮੁਸਲਮਾਨਾਂ ਤੇ ਈਸਾਈਆਂ ਆਦਿਕ ਦੇ 4 ਕਿਤਾਬਾਂ ਆਖਦੀਆਂ ਨੇ ਕੁੱਲ 18,000 ਆਲਮ ਹੈ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ। ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਲੱਖਾਂ ਵੀ ਕੁਦਰਤ ਦੀ ਗਿਣਤੀ ਦੇ ਵਿੱਚ ਨਹੀਂ ਵਰਤੇ ਜਾ ਸਕਦੇ, ਵਰਤੇ ਨਹੀਂ ਜਾ ਸਕਦੇ। ਅੱਖਰ ਲੱਖਾਂ ਦੇ ਵਿੱਚ ਗਿਣਤੀ ਕੀਤੀ ਨਹੀਂ ਜਾ ਸਕਦੀ, ਪ੍ਰਮਾਤਮਾ ਗਿਣਤੀ ਦੇ ਵਿੱਚ ਹੈ ਹੀ ਨਹੀਂ। ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼। ਅਕਾਲ ਪੁਰਖ ਦੀ ਜਿਹੜੀ ਬੇਅੰਤਤਾ ਹੈ ਨਾ, ਉਸ ਦਾ ਲੇਖਾ ਤਦੋਂ ਹੀ ਲਿਖੀ ਜਾ ਸਕਦਾ ਹੈ ਜੇ ਕੋਈ ਲੇਖਾ ਉਸ ਦਾ ਹੋਵੇ। ਲੇਖਾ ਕਰਦਿਆਂ 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 ਦੁਨੀਆ ਦਾ ਲੇਖਾ ਖਤਮ ਹੋ ਜਾਂਦਾ, ਬੰਦਿਆਂ ਦਾ ਲੇਖਾ ਖਤਮ ਹੋ ਜਾਂਦਾ। ਬੰਦੇ ਖਤਮ ਹੋ ਗਏ, ਸੰਸਾਰ ਖਤਮ ਹੋ ਗਿਆ। ਇਥੋਂ ਸੰਸਾਰ ਤੋਂ ਵੱਡੇ ਵੱਡੇ ਪਹਾੜ ਖਤਮ ਹੋ ਗਏ, ਦਰਿਆਵਾਂ ਦੇ ਮੂੰਹ ਮੁੜ ਗਏ, ਦਰਿਆ ਸੁੱਕ ਗਏ, ਨਦੀਆਂ ਸੁੱਕ ਗਈਆਂ। ਲੇਖਾ ਨਹੀਂ ਹੋ ਸਕਿਆ, ਲੇਖਾ ਹੋ ਹੀ ਨਹੀਂ ਸਕਦਾ। ਨਾਨਕ ਵੱਡਾ ਆਖੀਐ ਆਪੇ ਜਾਣਾ। ਹੇ ਨਾਨਕ, ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਦੇ ਵਿੱਚ ਵੱਡਾ ਆਖਿਆ ਜਾ ਰਿਹਾ ਨਾ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। ਸਾਰਾ ਜਗਤ ਉਸ ਨੂੰ ਵੱਡਾ ਵੱਡਾ ਕਹਿੰਦਾ ਪਿਆ, ਔਰ ਕਿੰਨਾ ਕੁ ਵੱਡਾ ਹੈ ਇਹ ਕੋਈ ਜਾਣ ਸਕਦਾ? ਸਾਰਾ ਜਗਤ ਕਹਿੰਦਾ ਹੈ ਉਹ ਬਹੁਤ ਵੱਡਾ ਹੈ। ਫਿਰ ਦੂਸਰਾ ਸਮਝ ਦੇ ਨਾਲ ਉੱਠਦਾ, ਕਹਿੰਦਾ ਤੂੰ ਥੋੜੀ ਸਿਫਤ ਕੀਤੀ ਹੈ, ਮੈਂ ਦੱਸਦਾ ਤੈਨੂੰ ਉਹ ਬਹੁਤ ਵੱਡਾ ਹੈ। ਉਸ ਤੋਂ ਵੀ ਬੜਾ ਬਰੀਕ ਬੁੱਧੀ ਵਾਲਾ ਮਨੁੱਖ ਬੈਠਦਾ ਹੈ, ਵੱਡੀ ਸਮਝ ਵਾਲਾ ਬੈਠਦਾ ਹੈ, ਉਹ ਕਹਿੰਦਾ ਮੈਂ ਦੱਸਦਾ ਕਿਤਨਾ ਕੁ ਵੱਡਾ ਹੈ। ਉਹ ਹੋਰ ਸਮਝ ਦੇ ਨਾਲ ਦੱਸਦਾ ਵੱਡਾ। ਆਪਣੀ ਸਮਝ ਤੇ ਬੁੱਧੀ ਤੇ ਕਿਤਾਬੀ ਗਿਆਨ ਦੇ ਨਾਲ, ਖੋਜ ਦੇ ਨਾਲ, ਉਹ ਅੱਖਰਾਂ ਦੇ ਰਾਹੀਂ ਸਿਫਤ ਕਰਕੇ ਪ੍ਰਮਾਤਮਾ ਨੂੰ ਦੱਸਦਾ ਹੈ ਕਿ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਪਰ ਉਹ ਜਿਹੜੀ ਵਡਿਆਈ ਹੈ ਉਸ ਦੀ ਆਪਣੀ ਸਮਝ ਅਨੁਸਾਰ ਹੈ। ਪ੍ਰਮਾਤਮਾ ਉਸ ਵਡਿਆਈ ਸਮਝ ਤੋਂ ਵੀ ਬਾਹਰ ਹੈ, ਉਹ ਤਾਂ ਅਸੀਮ ਹੈ। ਮਨੁੱਖ ਦੀ ਸਮਝ ਸੀਮਤ ਹੈ, ਸੀਮਤ ਹੈ ਉਸ ਦੀ ਸਮਝ। ਬਹੁਤ ਵੱਡਾ, ਬਹੁਤ ਵੱਡਾ। ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈ ਹੈ। ਜਿਹੜਾ ਅਕਾਲ ਪੁਰਖ ਹੈ ਨਾ, ਉਸ ਦੀ ਸਿਫਤ ਸਲਾਹ ਜੇ ਕਿਸੇ ਮਨੁੱਖ ਨੇ ਥੋੜੀ ਜਿਹੀ ਵੀ ਸਮਝੀ ਹੈ, ਸਮਝਣ ਦਾ ਯਤਨ ਕੀਤਾ ਕਿ ਅਕਾਲ ਪੁਰਖ ਕਿੱਡਾ ਕੁ ਵੱਡਾ ਹੈ, ਸਿਫਤ ਸਲਾਹ ਕਰਨ ਵਾਲੇ ਉਸ ਮਨੁੱਖ ਦੀ ਅਕਾਲ ਪੁਰਖ ਵਿੱਚ ਵੀ ਲੀਨ ਹੋ ਗਿਆ। ਉਹ ਮਨੁੱਖੀ ਅਕਾਲ ਪੁਰਖ ਵਿੱਚ ਲੀਨ ਹੋ ਗਿਆ, ਜਿਸ ਨੇ ਯਤਨ ਕੀਤਾ ਹੈ ਕਿ ਮੈਂ ਉਸ ਨੂੰ ਜਾਣਾ। ਰਹਿਰਾਸ ਅਸੀਂ ਪੜ੍ਹਦੇ ਸੋਦਾ ਸੁਣ ਵੱਡਾ ਆਖਿਆ ਸਭ ਕੋਏ, ਕੇਵਡ ਵੱਡਾ ਡਿਠਾ ਹੋਏ। ਸੁਣ ਸੁਣ ਕੇ ਸਭ ਨੇ ਆਖਿਆ, ਸੁਣ ਵੱਡਾ ਆਖਿਆ ਸਭ ਕੋਈ। ਸੁਣ ਕੇ ਆਖਿਆ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ। ਸੁਣ ਵੱਡਾ ਆਖਿਆ ਸਭ ਕੋਈ, ਕੇਵਡ ਵੱਡਾ ਡਿਠਾ ਹੋਏ। ਜੇ ਕਿੱਡਾ ਕੋ ਵੱਡਾ ਹੈ ਕਿਸੇ ਨੇ ਵੇਖਿਆ ਹੋਵੇ ਤੇ ਪਤਾ ਲੱਗੇ ਕਿ ਕਿੱਡਾ ਕੋ ਵੱਡਾ। ਸਾਰਿਆਂ ਨੇ ਸੁਣ ਸੁਣ ਕੇ ਪੜ ਪੜ ਕੇ ਪਤਾ ਲੱਗਿਆ ਕਿੱਡਾ ਕੋ ਵੱਡਾ ਹੈ। ਸੁਣ ਵੱਡਾ ਆਖਿਆ ਸਭ ਕੋਈ, ਕੇਵਡ ਵੱਡਾ ਡਿਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣ ਵਾਲੇ ਤੇਰੇ ਵਿੱਚ ਹੀ ਲੀਨ ਹੋ ਗਏ, ਤੇਰੇ ਵਿੱਚ ਲੀਨ ਹੋ ਗਏ, ਤੇਰੇ ਵਿੱਚ ਲੀਨ ਹੋ ਗਏ। ਪਰ ਸਮਝ ਨਹੀਂ ਲੱਗੀ ਕਿਸੇ ਨਾ, ਸਮਝ ਵਿੱਚ ਆਵੇਗਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਤੈਨੂੰ ਗਾਉਣ ਵਾਲੇ, ਤੈਨੂੰ ਜਪਣ ਵਾਲੇ, ਤੈਨੂੰ ਧਿਆਉਣ ਵਾਲੇ, ਤੇਰੇ ਨਾਲ ਪਿਆਰ ਕਰਨ ਵਾਲੇ, ਹੰਕਾਰ ਛੱਡ ਕੇ, ਜਿਨ੍ਹਾਂ ਨੇ ਇਹ ਆਖਿਆ ਕਿ ਪ੍ਰਭੂ ਅਸੀਂ ਤੈਨੂੰ ਸਮਝ ਨਹੀਂ ਸਕਦੇ ਪਰ ਤੇਰੇ ਨਾਲ ਪਿਆਰ ਬਹੁਤ ਹੈ। ਜਿਨ੍ਹਾਂ ਨੇ ਨਿਰਮਲ ਮਨ ਦੇ ਨਾਲ ਪ੍ਰਭੂ ਨਾਲ ਪਿਆਰ ਕੀਤਾ, ਜਿਹੜੇ ਪ੍ਰਭੂ ਨੂੰ ਇਸ ਵਡਿਆਈ ਨਾਲ ਜਾਣਦੇ ਨੇ ਕਿ ਪ੍ਰਭੂ ਤੂੰ ਅੱਖਰਾਂ ਤੋਂ ਵੀ ਉੱਚਾ ਹੈ, ਤੂੰ ਸਮਝ ਤੋਂ ਉੱਚਾ ਹੈ, ਤੂੰ ਇਹਨਾਂ ਆਕਾਸ਼ ਪਤਾਲਾਂ ਦੀ ਗਿਣਤੀ ਦੇ ਵਿੱਚ ਆਉਂਦਾ ਹੀ ਨਹੀਂ। ਉਸ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਗੁਰ ਕਿਰਪਾ ਜੇ ਨਰ ਕੋ ਕੀਨੀ। ਜਿਹਨੂੰ ਇਹ ਸਮਝ ਦਿੱਤੀ ਹੈ ਨਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਉਹਨੇ ਜਾਣੇ
जिन्हों ये समझ देती ते इस जुगत पछानी, नानक लीन भयो गोबिंद सिंह जो पानी संग। वो लीन हो गए। समुद्र बहुत गहरा, सारिया नदियां ना पहाड़ां तो झरनियां दे रूप दे विच पहाड़ां तो चलदियां ने। गंगा, सतलुज, सिंध, रावी है, ये सारिया विशाल नदियां चली जा रही। जदों पहुंचदियां ने समुद्र दे कोल ते समुद्र इन्हां नूं अपने विच लीन कर दिंदा। फिर नहीं पता लगता गंगा किहड़ी है, रावी किहड़ी है, सतलुज किहड़ा किहड़ा सतलुज है, सतलुज दा पानी किहड़ा, रावी दा पानी किहड़ा, गंगा किहड़ी है, कुछ भी नहीं पता लगता। विशाल समुद्र ने सारिਆਂ ਨੂੰ अपने विच लीन कर लिया। परमात्मा दे गुण कोई दसन दा जतन करे ते जिस किसी ਨੂੰ समझ लगे थोड़ी जी भी ते परमात्मा उसनों अपने विच लीन कर लैंदा है, अभेद कर लैंदा, समझ ही खत्म हो जाती है। कहंदे समुद्र दे किनारे ते ना, समुद्र दे किनारे ते लूण दीयां डलियां पईयां, लूण दीयां डलियां ते लूण दीयां डलियां पता की कहंदियां ने, असीं बाहर बैठियां रहनियां, सानू पता ही नहीं समुद्र कितना डूंगा। एक डली कहंदी मैं दसदी हां जाके, मैं समुद्र दे विच छाल मारदी हां, फिर तुहानू आके दसदी हां कितना क डूंगा है। वो अजे तक वापस नहीं आई। सुन वड्डा आखे सब कोई, के वड वड्डा डिठा होए, कीमत पाई न कहा जाए, कहने वाले तेरे रहे समाए। वो डली कदों दी समुद्र विच लीन हो गई, बाहर बैठी उड़ीक कर रही ने कदों आवे दसे सन। जिसने दसन का जतन किया, जिसनों ये समझ आई, वो तो लीन हो गया, वो तो बोल ही नहीं सकता, उसके बोल ही खत्म हो गई, उसकी अपनी समझ ही खत्म हो गई। वो नहीं कहता, वो तो कहता है एक तू ही तू, तू ही तू, तू ही तू। नदियां ते वाहा अवह समुद्र ना जानिए, नदियां ते नाले समुद्र विच पैंदे ने पर ये वखरे, पर जदों विच लीन हो जाते हैं फिर पछाणे नहीं जाते, पछाणे नहीं जाते। समुद्र की थां कोई नहीं पा सकता, पता नहीं लगता गंगा किहड़ी है, पता नहीं लगता समुद्र दे विच नाला किहड़ा सी, गंगा किहड़ी है, सतलुज, रावी, चनाब कित्थों लभांगे, समुद्र दे विच सारी इक्को जिहा। इत्थे रोले ने समाज ते संसार दे विच, ये हिंदू है, ये सिख है, ये छोटी जात वाला है, ये छोटी गोत वाला है, ये छोटी समझ वाला है। जदों परमात्मा दे विच मर के लीन हो गए, भाव मिट्टी दे विच मिट्टी हो गए, जब परमात्मा दे विच लीन हो गए ते सारे इक्को जिहे हो गए, उत्थे सारे इक्को जिहे, सारे इक्को जिहे। समुंद साहा सुल्तान गिरहा सेती मालतान, समुद्रां दे पातशाह ते सुल्तान जिन्हां दे खजानिਆਂ विच पहाड़ जेते धन पदार्थ दे ढेर होण, जिन्हां कोल ढेर है, खजाने दे ढेर लगे पे, कीड़ी तुल न होवनी जे तिस मनु ना विसरे। सतगुरु गुरु नानक साहब महाराज कहंदे उस अकाल पुरख वाहिगुरु है ना जेड़ा, वो अकाल पुरख जेड़ा है, उसकी सिफत सलाह, उसकी सलाह, उसकी वडियाई, उसकी बेअंतता बयान करने वाले परमात्मा की नजरां दे विच एक कीड़ी तो वध के कुछ भी नहीं, कीड़ी है बस, कीड़ी तो ना हो ते कीड़ी भी नहीं, कीड़ी दे बराबर भी नहीं होंदी परमात्मा की नजर दे विच, कीड़ी तुलना होगी जे तिस मनु ना विसरे। हे अकाल पुरख, उस कीड़ी दे मन विच भी तू ही, तू विसर ना जावे। भाव कीड़ी केड़ी, गुरमुखी रूह, उस कीड़ी दे मन विच, उस जीव दे विच तू विसर ना जा, तू सानू भुला ना। असी तेरे गुणा करके तेनू जान सकते हैं, तेरी वडियाई करके जान सकते हैं। ये गुण, ये समझ, ये चतुराई, ये सियाणप, ये लतीफ बुद्धि, ये बरीक बुद्धि भी तू ही दिती, तां ही जान सकते। ये अखरां दी समझ भी तू ही दिती। धन गुरु नानक साहिब जी महाराज जी दी ये पावन ते पवित्र बोल जो हुणे असी सरवण कर रहे सी, ये जगत गुरु बाबा धन गुरु नानक साहिब जी महाराज जी की शाहकार रचना।
बुद्धि साडी छोटी है। गुरु नानक साहिब जी महाराज जी की समझ बड़ी उच्ची है। विचार करदियां कोलों बेअंत भुल्लां हो जांदियां हन। संगत गुरु रूप संगत धन गुरु ग्रंथ साहिब जी महाराज बख्शनहार है। इतनियां को बेनतियां अज लई प्रवान करनियां जी। वाहिगुरू जी का खालसा वाहिगुरू जी की फतेह।